ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਸਵਾਗਤ ਹੈ ਜੀ। ਅੱਜ ਅਸੀਂ ਸਵੱਛ ਸਰਵੇਖਣ 2022 ਤੇ ਇੱਕ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਸਾਡੇ ਨਾਲ ਮਹਿਮਾਨ ਨੇ ਸ਼੍ਰੀ ਅਰਜੁਨ ਸ਼ਰਮਾ ਜੀ, ਜੋ ਕਿ ਸੀਨੀਅਰ ਜਰਨਲਿਸਟ ਨੇ, ਮੈਡਮ ਮੀਨਲ ਵਰਮਾ ਜੀ, ਜੋ ਕਿ ਸਮਾਜ ਸੇਵੀ ਤੇ ਵਾਤਾਵਰਣ ਕਾਰਕੁਨ ਨੇ, ਤੇ ਡਾਕਟਰ ਸ਼੍ਰੀ ਕ੍ਰਿਸ਼ਨ ਜੀ, ਜੋ ਕਿ ਮਿਊਨਸਿਪਲ ਕਾਰਪੋਰੇਸ਼ਨ ਜਲੰਧਰ ਦੇ ਸਵੱਛਤਾ ਅਭਿਆਨ ਬਾਬਤ ਨੋਡਲ ਅਫਸਰ ਨੇ। ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਸਾਲ 2014 ਦੇ ਵਿੱਚ ਹੋਈ ਸੀ ਅਤੇ ਇਸ ਦਾ ਮੁੱਢਲਾ ਮਕਸਦ ਭਾਰਤ ਦੇ ਸ਼ਹਿਰਾਂ ਨੂੰ ਸੁੰਦਰ ਬਣਾਉਣਾ ਸੀ ਅਤੇ ਨਾਲੋਂ ਨਾਲ ਇੱਕ ਅਜਿਹਾ ਢਾਂਚਾ ਵਿਕਸਿਤ ਕਰਨਾ ਜਿਸ ਦੇ ਨਾਲ ਸਾਡੀਆਂ ਸਾਫ਼ ਸਫਾਈ ਸੰਬੰਧੀ ਆਦਤਾਂ ਦੇ ਵਿੱਚ ਸੁਧਾਰ ਹੋ ਸਕੇ ਅਤੇ ਕੂੜੇ ਦਾ ਸਹੀ ਨਿਪਟਾਰਾ ਹੋ ਸਕੇ। ਖਾਸ ਤੌਰ 'ਤੇ ਖੁੱਲ੍ਹੀਆਂ ਥਾਵਾਂ 'ਤੇ ਮਲ ਤਿਆਗ ਕਰਨ ਦੀ ਆਦਤ ਨੂੰ ਬਦਲਣਾ ਵੀ ਇਸ ਦੇ ਮੁੱਢਲੇ ਟੀਚਿਆਂ ਵਿੱਚੋਂ ਇੱਕ ਸੀ। ਇਸ ਤੋਂ ਬਾਅਦ ਸਾਲ 2016 ਵਿੱਚ ਸਵੱਛਤਾ ਸਰਵੇਖਣ ਦੀ ਸ਼ੁਰੂਆਤ ਹੋਈ, ਜੋ ਕਿ ਦੇਸ਼ ਦੇ 73 ਸ਼ਹਿਰਾਂ ਵਿੱਚ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਸ਼ੁਰੂ ਹੋਇਆ ਸੀ। 2022 ਦੇ ਵਿੱਚ 6 ਸਾਲ ਹੋ ਚੁੱਕੇ ਨੇ ਇਸ ਪ੍ਰੋਜੈਕਟ ਨੂੰ, ਇਸ ਸਰਵੇਖਣ ਨੂੰ ਚੱਲਦਿਆਂ ਹੋਇਆਂ, ਅਤੇ ਸਾਲ 2022 ਦੇ ਸਵੱਛਤਾ ਸਰਵੇਖਣ ਵਿੱਚ 90,000 ਦੇ ਲਗਭਗ ਵਾਰਡਾਂ ਦਾ ਮੁਲਾਂਕਣ ਲਗਭਗ 2700 ਨਿਰੀਖਕਾਂ ਵੱਲੋਂ ਕੀਤਾ ਗਿਆ, ਅਤੇ ਇਸ ਦੇ ਵਿੱਚ 4,000 ਦੇ ਲਗਭਗ ਸ਼ਹਿਰ, 25,000 ਦੇ ਲਗਭਗ ਰਿਹਾਇਸ਼ੀ ਖੇਤਰ, ਅਤੇ ਇਸ ਤੋਂ ਇਲਾਵਾ ਕਮਰਸ਼ੀਅਲ ਖੇਤਰ, ਪਲਾਂਟ ਅਤੇ ਨਦੀਆਂ ਦੇ ਨਾਲ ਲੱਗਦੇ ਖੇਤਰ ਵੀ ਸ਼ਾਮਲ ਕੀਤੇ ਗਏ। ਸਭ ਤੋਂ ਅਹਿਮ ਗੱਲ ਇਸ ਸਵੱਛਤਾ ਸਰਵੇਖਣ ਦੀ ਇਹ ਰਹੀ ਹੈ ਕਿ 74 ਲੱਖ ਲੋਕਾਂ ਨੇ ਇਸ ਦੇ ਵਿੱਚ ਔਨਲਾਈਨ ਜਾਂ ਆਫਲਾਈਨ ਭਾਗ ਲਿਆ ਹੈ ਅਤੇ ਆਪਣੀ ਫੀਡਬੈਕ ਦਿੱਤੀ ਹੈ। ਮੇਰਾ ਅੱਜ ਦਾ ਸਭ ਤੋਂ ਪਹਿਲਾ ਸਵਾਲ ਸੀਨੀਅਰ ਜਰਨਲਿਸਟ ਸ਼੍ਰੀ ਅਰਜੁਨ ਸ਼ਰਮਾ ਜੀ ਨੂੰ ਹੈ। ਸ਼ਰਮਾ ਜੀ, ਸਮੇਂ-ਸਮੇਂ 'ਤੇ ਵੱਖ-ਵੱਖ ਅਭਿਆਨ ਚੱਲਦੇ ਰਹਿੰਦੇ ਨੇ, ਉਹਨਾਂ ਦੀ ਅਨਾਊਂਸਮੈਂਟ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਵੱਖਰੇ ਪੜਾਅ 'ਤੇ ਪਹੁੰਚਦੇ ਨੇ। ਕੀ ਸਵੱਛਤਾ ਅਭਿਆਨ ਵਿੱਚ ਕੋਈ ਵੱਖਰੀ ਗੱਲ ਹੈ ਜੋ ਇਸ ਨੂੰ ਬਾਕੀ ਅਭਿਆਨਾਂ ਨਾਲੋਂ ਵੱਖ ਬਣਾਉਂਦੀ ਹੈ? ਮਾਨ ਸਾਹਿਬ, ਇਹ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ। ਅਸਲ ਵਿੱਚ ਅਭਿਆਨ ਸ਼ੁਰੂ ਕਰਨਾ ਸਰਕਾਰਾਂ ਦਾ ਕੰਮ ਹੈ, ਔਰ ਹਰ ਚੀਜ਼ ਦੇ ਵਿੱਚ ਜਿੱਥੇ ਵੀ ਡਿਵੈਲਪਮੈਂਟ ਦੀ ਗੁੰਜਾਇਸ਼ ਹੈ, ਜਿੱਥੇ ਵੀ ਸੁਧਾਰ ਦੀ ਗੁੰਜਾਇਸ਼ ਹੈ ਜਾਂ ਵਿਕਾਸ ਦੀ ਜ਼ਰੂਰਤ ਹੈ, ਉੱਥੇ ਅਭਿਆਨ ਦੇ ਤਹਿਤ ਹੀ ਕੰਮ ਕੀਤਾ ਜਾਂਦਾ ਹੈ। ਲੇਕਿਨ ਇਹ ਸਮਝਦਾ ਕਿ ਜਿਹੜਾ ਇਹ ਅਭਿਆਨ ਹੈ, ਇਹ ਅਭਿਆਨ ਸਾਨੂੰ ਦੂਜੇ ਅਭਿਆਨਾਂ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਲੱਗਣਾ ਚਾਹੀਦਾ ਹੈ। ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਗੁਰੂਆਂ ਦੀ ਧਰਤੀ 'ਤੇ ਅਸੀਂ ਵਸਦੇ ਹਾਂ ਜੀ, ਅਤੇ ਗੁਰਬਾਣੀ ਨੇ ਜੋ ਸਾਨੂੰ ਸੰਦੇਸ਼ ਦਿੱਤਾ ਹੈ ਉਹ ਬੜਾ ਸਪਸ਼ਟ ਹੈ ਜੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਹਦਾ ਮਤਲਬ ਸਾਨੂੰ ਪਤਾ ਹੀ ਹੈ ਕਿ ਪਾਣੀ, ਜ਼ਮੀਨ ਔਰ ਆਸਮਾਨ, ਇਹ ਸਭ ਕੁਝ ਸਾਨੂੰ ਸਾਫ਼ ਚਾਹੀਦਾ ਜੀ। ਔਰ ਇਸ ਅਭਿਆਨ ਦਾ ਸੰਬੰਧ ਚੂੰਕਿ ਸਫਾਈ ਨਾਲ ਹੈ, ਇਸ ਕਰਕੇ ਮੈਂ ਤਾਂ ਇਹ ਗੁਰਬਾਣੀ ਦਾ ਆਦੇਸ਼ ਹੀ ਮੰਨਦਾ, ਔਰ ਮੈਂ ਸਮਝਦਾ ਕਿ ਸਾਡੇ ਲਈ ਸਭ ਤੋਂ ਇੰਪੋਰਟੈਂਟ ਅਭਿਆਨ ਜਿਹੜਾ ਹੈ ਉਹ ਇਹੀ ਹੈ। ਬਿਲਕੁਲ ਜੀ। ਮੈਡਮ ਮੀਨਲ ਵਰਮਾ ਜੀ, ਮੇਰਾ ਸਵਾਲ ਤੁਹਾਨੂੰ ਹੈ ਕਿ ਸਵੱਛਤਾ ਅਭਿਆਨ ਦੇ ਪਿਛਲੇ 8 ਸਾਲਾਂ ਦੇ ਸਫ਼ਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਨੂੰ ਲੱਗਦਾ ਹੈ ਜਦੋਂ 2014 'ਚ ਸਵੱਛ ਭਾਰਤ ਅਭਿਆਨ ਲਾਂਚ ਕੀਤਾ ਸੀ, ਇੱਕ ਰੈਵੋਲੂਸ਼ਨ ਵਾਂਗ ਆਇਆ ਉਹ, ਤੇ ਲੋਕਾਂ ਨੇ ਐਕਸੈਪਟ ਵੀ ਕੀਤਾ, ਚੇਂਜ ਵੀ ਹੋਏ। ਬਟ ਮੈਨੂੰ ਲੱਗਦਾ ਕਿਤੇ ਵੇਸਟ ਮੈਨੇਜਮੈਂਟ ਦੀ ਨਾ ਹਾਲੇ ਤੱਕ ਸਾਨੂੰ ਪੂਰੀ ਸਹੂਲਤ ਨਹੀਂ ਮਿਲੀ ਹੈ। ਅਸੀਂ ਜੇ ਗਰਾਊਂਡ ਲੈਵਲ ਤੇ ਸੈਗਰੀਗੇਟ ਕਰ ਰਹੇ ਹਾਂ ਤੇ ਸਾਨੂੰ ਅੱਗੇ ਨਹੀਂ ਪਤਾ ਕਿ ਕਿੱਥੇ ਜਾ ਰਿਹਾ ਵੈਟ ਵੇਸਟ, ਡਰਾਈ ਵੇਸਟ। ਇੰਦੌਰ ਇਸ ਵਾਰੀ ਵੀ ਫਸਟ ਆਇਆ, ਲਗਾਤਾਰ 6ਵੀਂ ਵਾਰੀ ਫਸਟ ਆਇਆ ਉਹ, ਤੇ ਮੈਨੂੰ ਲੱਗਦਾ ਹੁਣ ਉਹਨਾਂ ਦਾ ਮਾਡਲ ਜਿਹੜਾ ਰੈਪਲੀਕੇਟ ਕਰਨ ਦੀ ਲੋੜ ਹੈ ਹਰ ਪਾਸੇ। ਬਿਲਕੁਲ ਤੁਹਾਡੀ ਇੱਕ ਗੱਲ ਹੈ ਕਿ ਲਗਾਤਾਰ ਜਿਹੜੇ ਸ਼ਹਿਰ ਚੰਗਾ ਪਰਫਾਰਮ ਕਰ ਰਹੇ ਨੇ, ਦੂਸਰਿਆਂ ਨੂੰ ਕਿਤੇ ਨਾ ਕਿਤੇ ਉਹਨਾਂ ਸ਼ਹਿਰਾਂ ਤੋਂ ਸੇਧ ਲੈਣ ਦੀ ਜਿਹੜੀ ਲੋੜ ਹੈ। ਅੱਛਾ, ਇੱਕ ਇਹ ਗੱਲ ਦੱਸੋ ਕਿ ਤੁਸੀਂ ਇਹ ਮੰਨਦੇ ਹੋ ਕਿ ਇਹ ਸਾਰੀ ਕਵਾਇਦ ਦਾ ਸੋਸਾਇਟੀ ਤੇ ਕੋਈ ਅਸਰ ਹੋਇਆ ਕਿ ਇਸ ਨੇ ਲੋਕਾਂ ਦੀਆਂ ਆਦਤਾਂ ਬਦਲੀਆਂ ਨਹੀਂ? ਸੋਸਾਇਟੀ ਦੀ ਜਦੋਂ ਗੱਲ ਹੁੰਦੀ, ਮੈਨੂੰ ਲੱਗਦਾ ਪਹਿਲਾਂ ਉਹ ਸੋਸਾਇਟੀ ਲਈ ਮੈਂ ਆਉਂਦੀ ਹਾਂ। ਸਭ ਤੋਂ ਪਹਿਲਾਂ ਮੈਂ ਚੇਂਜ ਹੋਈ ਕਿ ਨਹੀਂ ਹੋਈ, ਉਹ ਵੱਡਾ ਕੁਐਸਚਨ ਹੁੰਦਾ। ਮੈਂ ਤਾਂ ਚੇਂਜ ਹੋਈ ਹਾਂ। ਮੇਰੇ ਘਰ ਹੁਣ ਡਸਟਬਿਨ ਨਹੀਂ ਹੈਗਾ, ਮੈਂ ਸਾਰਾ ਵੇਸਟ ਆਪ ਮੈਨੇਜ ਕਰਨੀ ਆ। ਜਿਹੜਾ ਵੈਟ ਵੇਸਟ ਕਿਚਨ ਤੋਂ ਆਉਂਦਾ ਹੈ ਉਹ ਇੱਕ ਤਾਂ ਫੀਡ ਮੈਂ ਕਰ ਦਿੰਦੀ ਹਾਂ ਸਟ੍ਰੇਜ਼ ਨੂੰ, ਇੱਕ ਪਾਰਟ ਦਾ ਮੈਂ ਬਾਇਓ ਐਂਜ਼ਾਈਮ ਜਿਹੜਾ ਕਿ ਕਲੀਨਰ ਹੁੰਦਾ ਹੈ ਜੀ, ਉਹ ਮੈਂ ਘਰੇ ਬਣਾਉਂਦੀ ਹਾਂ। ਤੀਜਾ ਪਾਰਟ ਜਿਹੜਾ ਹੈ ਉਹ ਕੰਪੋਸਟ ਕਰਨੀ ਹੈ। ਮੇਰਾ 60% ਵੇਸਟ ਉੱਥੇ ਹੀ ਕੰਜ਼ਿਊਮ ਹੋ ਜਾਂਦਾ। ਇਹ ਤੁਹਾਡੀ ਜਿਹੜੀ ਇਹ ਗੱਲ ਹੈ, ਇਹ ਸਾਡੇ ਲਈ ਵੀ ਤੇ ਸਾਡੇ ਸਰੋਤਿਆਂ ਲਈ ਵੀ ਬੜੀ ਇੱਕ ਅਹਿਮ ਤੇ ਇੰਟਰਸਟਿੰਗ ਗੱਲ ਹੈ। ਹੁਣੇ ਅਸੀਂ ਗੱਲ ਕੀਤੀ ਸੀ ਕਿ ਸ਼ਹਿਰਾਂ ਦੇ ਮਾਡਲ ਨੂੰ ਕਾਪੀ ਕੀਤਾ ਜਾ ਸਕਦਾ, ਤਾਂ ਜੋ ਮਾਡਲ ਤੁਸੀਂ ਅਪਣਾਇਆ, ਇਸ ਤੇ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਨੂੰ ਜਾਰੀ ਰੱਖਾਂਗੇ।
ਮੈਂ ਗੱਲ ਕਰਨੀ ਚਾਹਾਂਗਾ ਡਾਕਟਰ ਸ਼੍ਰੀ ਕ੍ਰਿਸ਼ਨ ਜੀ ਨਾਲ। ਡਾਕਟਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਸੰਬੰਧਿਤ ਵਿਭਾਗ ਤੋਂ ਆਉਣੇ ਹੋ। ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਸਾਡੇ ਸਰੋਤਿਆਂ ਨੂੰ ਦੱਸੋ ਕਿ ਜਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕੂੜਾ ਹੈ ਕੀ, ਕੂੜੇ ਦੀ ਪਛਾਣ ਕੀ ਹੈ, ਇਹਨੂੰ ਤੁਸੀਂ ਕਿੰਨੀਆਂ ਕੁ ਕਿਸਮਾਂ ਦੇ ਵਿੱਚ ਵਰਗੀਕ੍ਰਿਤ ਕਰਦੇ ਹੋ? ਦੇਖੋ, ਬੜਾ ਅੱਛਾ ਕੁਐਸਚਨ ਤੁਸੀਂ ਕੀਤਾ ਹੈ ਜੀ। ਇੱਕ ਆਮ ਜਿਹੜੀ ਨਾ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਵਿਚਾਰ ਹੁੰਦਾ ਕਿ ਕੂੜੇ ਦਾ ਮਤਲਬ ਸਿਰਫ ਕਿਚਨ ਤੋਂ ਨਿਕਲਦਾ ਵੇਸਟ। ਜੀ। ਇਸ ਤਰ੍ਹਾਂ ਨਹੀਂ ਹੈ। ਜਿਹੜਾ ਸਵੱਛ ਸਰਵੇਖਣ ਦੀ ਆਪਾਂ ਗੱਲ ਕਰਦੇ ਹਾਂ 2016 ਤੋਂ ਸ਼ੁਰੂ ਹੋਇਆ ਜੀ, ਉਹਦੇ ਵਿੱਚ ਹਰ ਤਰ੍ਹਾਂ ਦਾ ਵੇਸਟ ਹੈ, ਚਾਹੇ ਤਾਂ ਮਿਊਨਿਸਪਲ ਸੋਲਿਡ ਵੇਸਟ ਹੈ, ਕਚਰਾ ਹੈ, ਚਾਹੇ ਉਹ ਸੀਐਨਡੀ ਵੇਸਟ ਹੈ, ਮਲਬਾ ਹੈ, ਚਾਹੇ ਹਾਰਟੀਕਲਚਰ ਵੇਸਟ ਹੈ, ਚਾਹੇ ਉਹ ਸਾਡਾ ਐਸਟੀਪੀ ਤੋਂ ਨਿਕਲਿਆ ਹੋਇਆ ਸੀਵਰੇਜ ਦਾ ਵੇਸਟ ਪਾਣੀ। ਸੋ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਦੇ ਹਾਂ ਤਾਂ ਫਿਰ ਹੀ ਸਾਡਾ ਜਿਹੜਾ ਵਾਤਾਵਰਨ ਹੈ ਉਹ ਸਾਫ਼ ਸੁਥਰਾ ਹੋਏਗਾ ਔਰ ਸਵੱਛ ਹੋਏਗਾ। ਕਿਉਂਕਿ ਜਨਤਕ ਤੌਰ ਤੇ ਜਿਹੜੀ ਗੱਲ ਦੇਖੀ ਜਾਂਦੀ ਹੈ ਵੀ ਪਹਿਲਾ ਕੰਮ ਜਿਹੜਾ ਆਮ ਆਦਤ ਦੇ ਅਨੁਸਾਰ ਕੀਤਾ ਜਾਂਦਾ ਵੀ ਜਿਹੜੀ ਚੀਜ਼ ਨੂੰ ਤਾਂ ਅੱਗ ਲੱਗ ਸਕਦੀ ਹੈ ਉਹਨੂੰ ਤਾਂ ਅੱਗ ਲਾ ਕੇ ਤੇ ਉਹ ਮੰਨਿਆ ਜਾਂਦਾ ਕਿ ਇਹ ਨਿਪਟਾਰਾ ਹੋ ਜਾਂਦਾ ਅੱਗ ਲਾਉਣ ਤੋਂ ਬਾਅਦ। ਇਹ ਇੱਕ ਮਿਸਕਨਸੈਪਸ਼ਨ ਹੈ, ਗਲਤ ਧਾਰਨਾ ਸਥਾਪਿਤ ਹੋਈ ਹੈ। ਭਾਵੇਂ ਉਹ ਪੱਤੇ ਹੈ, ਕਾਗਜ਼ ਹੈ ਜਾਂ ਕੋਈ ਹੋਰ ਬਲਣਯੋਗ ਜਾਂ ਨਾ ਬਲਣਯੋਗ ਮਟੀਰੀਅਲ ਜਿਹੜਾ ਹੁੰਦਾ, ਕੋਸ਼ਿਸ਼ ਇੱਕ ਵਾਰੀ ਜ਼ਰੂਰ ਕੀਤੀ ਜਾਂਦੀ ਹੈ। ਤੇ ਜਿੱਦਾਂ ਤੁਸੀਂ ਦੱਸਿਆ ਕਿ ਕੋਈ ਮਲਬਾ ਹੈ ਜਿਹੜਾ ਜਾਂ ਐਗਰੀਕਲਚਰ ਨਾਲ ਰਿਲੇਟਡ ਵੇਸਟ ਹੈ, ਇਹਨੂੰ ਵੀ ਤੁਸੀਂ ਵੱਖਰੇ ਤੌਰ ਤੇ ਵਰਗੀਕ੍ਰਿਤ ਕਰਦੇ ਹੋ। ਇਹਨਾਂ ਦੇ ਡਾਕਟਰ ਸਾਹਿਬ ਇਹ ਦੱਸੋ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਤੁਸੀਂ ਕੂੜੇ ਦੱਸੇ ਹੈ, ਇਹਨਾਂ ਨੂੰ ਇਕੱਤਰ ਕਰਨ ਦੇ ਕੀ ਪੜਾਅ ਨੇ? ਜਿਹੜੀ ਢਾਂਚਾਗਤ ਤੁਸੀਂ ਸੇਵਾ ਮੁਹੱਈਆ ਕਰਾਉਣੀ ਸ਼ਹਿਰੀਆਂ ਨੂੰ, ਉਹ ਕਿਸ ਤਰ੍ਹਾਂ ਕੰਮ ਕਰਦੀ ਹੈ? ਦੇਖੋ, 2014 ਅਕਤੂਬਰ ਚ ਇਹ ਜਦੋਂ 2 ਅਕਤੂਬਰ ਨੂੰ ਸਟਾਰਟ ਕੀਤਾ ਸੀ ਗਵਰਨਮੈਂਟ ਆਫ ਇੰਡੀਆ ਨੇ, ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰ ਨੇ, ਉਸ ਵੇਲੇ ਉਸ ਤੋਂ ਬਾਅਦ 2016 ਦੇ ਵਿੱਚ ਮਿਊਨਿਸਪਲ ਸੋਲਿਡ ਵੇਸਟ ਮੈਨੇਜਮੈਂਟ ਰੂਲਸ ਬਣੇ, ਸੀਐਨਡੀ ਵੇਸਟ ਮੈਨੇਜਮੈਂਟ ਰੂਲ ਬਣੇ, ਪਲਾਸਟਿਕ ਵੇਸਟ ਮੈਨੇਜਮੈਂਟ ਰੂਲਸ ਬਣੇ। ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਪਾਈਪਲਾਈਨ ਜਾਣੀਆਂ ਸ਼ੁਰੂ ਹੋਈਆਂ। ਜੀ। ਪਹਿਲਾਂ ਤਾਂ 2014 ਤੋਂ ਪਹਿਲਾਂ ਤਾਂ ਇਹੀ ਸੀ ਜਿੰਨਾ ਵੀ ਕਚਰਾ ਹੈ ਤੁਸੀਂ ਸੈਕੰਡਰੀ ਕਲੈਕਸ਼ਨ ਪੁਆਇੰਟ ਤੇ ਲੈ ਜਾਓ, ਉਹਨੂੰ ਉਸ ਤੋਂ ਬਾਅਦ ਡੰਪ ਸਾਈਟ ਤੇ ਲੈ ਜਾਓ। ਉਸ ਤੋਂ ਬਾਅਦ ਦੇਖਿਆ ਗਿਆ ਇਹ এনवायरमेंट ਵਾਸਤੇ ਖਤਰਾ ਪੈਦਾ ਹੋ ਰਿਹਾ ਹੈ, ਮੀਥੇਨ ਗੈਸਿਸ ਪੈਦਾ ਹੋ ਰਹੀਆਂ, ਹੋਰ ਵੀ ਕਈ ਤਰ੍ਹਾਂ ਦੀ ਗੈਸਿਸ ਪੈਦਾ ਹੋ ਰਹੀਆਂ। ਔਰ ਜਿੱਦਾਂ ਅਰਬਨਾਈਜੇਸ਼ਨ ਹੋ ਰਹੀ ਹੈ, ਸ਼ਹਿਰੀਕਰਨ ਹੋ ਰਿਹਾ ਹੈ, ਔਰ ਇਹ ਜਿਹੜੀਆਂ ਚੀਜ਼ਾਂ ਹੈ ਸਾਡੇ ਰਹਿਣ ਵਾਸਤੇ, ਸਾਡੇ ਆਉਣ ਵਾਲੀ ਜਨਰੇਸ਼ਨ ਵਾਸਤੇ ਖਤਰਨਾਕ ਹੁੰਦੀਆਂ। ਜੇ ਆਪਾਂ ਸਟੱਡੀ ਕਰੀਏ, ਪੁਰਾਣੀ ਗੱਲ ਤੇ ਜਾਈਏ ਤਾਂ ਮੇਰਾ ਖਿਆਲ ਅਸੀਂ ਪਲਾਸਟਿਕ ਦਾ ਨਾਮ ਹੀ ਨਹੀਂ ਸੁਣਿਆ। ਜੀ। ਜਦੋਂ ਪਲਾਸਟਿਕ ਆਇਆ ਉਹ ਬੇਸਿਕਲੀ ਤਾਂ ਪੈਕਿੰਗ ਮਟੀਰੀਅਲ ਵਾਸਤੇ ਆਇਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਤੋਂ ਬਾਅਦ ਸਾਡਾ ਥਰਮੋਕੋਲ ਯੂਜ਼ ਹੋਣਾ ਸ਼ੁਰੂ ਹੋ ਗਿਆ। ਬਿਲਕੁਲ। ਉਸ ਤੋਂ ਬਾਅਦ ਅਸੀਂ ਘਰਾਂ ਦੇ ਵਿੱਚ ਵੀ ਅੱਜਕੱਲ ਕਈ ਤਰ੍ਹਾਂ ਦੀਆਂ ਸਰਵਿਸਿਜ਼ ਹੈਗੀਆਂ, ਘਰ ਦੇ ਵਿੱਚ ਹੋਟਲਸ ਤੋਂ ਰੈਸਟੋਰੈਂਟਸ ਤੋਂ ਖਾਣਾ ਆ ਰਿਹਾ, ਸਾਡਾ ਪਲਾਸਟਿਕ ਚ ਆ ਰਿਹਾ ਸਾਰਾ। ਸੋ ਇਹ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਵਧੀਆਂ ਸਾਡੀਆਂ, ਉਸ ਤਰ੍ਹਾਂ ਸਾਡਾ ਕੂੜਾ ਵੱਧਦਾ ਗਿਆ। ਔਰ ਇਸ ਤਰ੍ਹਾਂ ਦੇ ਸਾਨੂੰ ਰੂਲਸ ਬਣਾਉਣੇ ਪਏ ਗਵਰਨਮੈਂਟ ਨੂੰ ਕਿ ਜਿਹੜਾ ਹੈ ਇਹਨੂੰ ਪ੍ਰੋਸੈਸ ਅਸੀਂ ਤਰੀਕੇ ਨਾਲ ਕਰ ਸਕੀਏ। ਤਾਂ ਗਵਰਨਮੈਂਟ ਨੇ ਸੋਚਿਆ ਉਸ ਵੇਲੇ ਰੂਲਸ ਬਣਾਉਣ ਤੋਂ ਬਾਅਦ ਕਿ ਡੇਲੀ ਦਾ ਕਚਰਾ ਜਿੱਥੋਂ ਪੈਦਾ ਹੋ ਰਿਹਾ, ਜਿਸ ਤਰ੍ਹਾਂ ਮੈਡਮ ਮੀਨਲ ਆਰਕੀਟੈਕਟ ਜਿਹੜਾ এনवायरमेंट ਬੜਾ ਵਧੀਆ ਕੰਮ ਕਰਦੇ ਵੇ ਇਸ ਵੇਲੇ, ਇਹਨਾਂ ਨੇ ਜ਼ੀਰੋ ਵੇਸਟ ਦੀ ਗੱਲ ਕੀਤੀ ਹੈ। ਗਵਰਨਮੈਂਟ ਨੇ ਉਸ ਵੇਲੇ ਇਹ ਸੋਚਿਆ, ਉਹ 'ਚ ਇੱਕ ਸਾਡਾ ਰੂਲ ਹੈ ਜਿਹਦੇ ਵਿੱਚ ਅਸੀਂ ਹੋਮ ਕੰਪੋਸਟਿੰਗ ਦੀ ਗੱਲ ਕਰਦੇ ਹਾਂ। ਉਹਦੇ ਵਿੱਚ ਇਹ ਹੈ ਕਿ ਜਿਹੜਾ ਬੰਦਾ ਘਰ ਦੇ ਵਿੱਚ ਕੰਪੋਸਟਿੰਗ ਕਰ ਲਵੇ ਜਨਰੇਟਰ ਐਂਡ ਤੋਂ, ਉਹ ਉੱਤੇ ਹੀ ਵਧੀਆ ਹੋ ਸਕਦਾ ਹੈ। ਉਸ ਤੋਂ ਬਾਅਦ ਬਲਕ ਵੇਸਟ ਜਨਰੇਟਰ ਦੀ ਰੂਲ ਬਣਾਤਾ ਸਰਕਾਰ ਨੇ, 100 ਕਿਲੋਗ੍ਰਾਮ ਤੋਂ ਉੱਪਰ ਜਿੱਥੇ ਇੱਕ ਵਾਰ ਵੀ ਕੂੜਾ ਸਾਲਾ ਪੈਦਾ ਹੁੰਦਾ ਹੈ, ਉਹ ਆਪਣਾ ਆਪ ਹੀ ਜਿਹੜਾ ਉਹਨੂੰ ਪ੍ਰੋਸੈਸ ਕਰੇ। ਸੋ ਇਹਦੇ ਵਾਸਤੇ ਅਸੀਂ ਸਿਟੀ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬੜੀ ਕੋਸ਼ਿਸ਼ਾਂ ਕੀਤੀਆਂ ਪਿਛਲੇ 7-8 ਸਾਲਾਂ ਦੇ ਵਿੱਚ। ਅਸੀਂ ਸਾਨੂੰ ਇੱਕ ਗੱਲ ਦੀ ਖੁਸ਼ੀ ਜ਼ਰੂਰ ਹੈ ਕਿ ਅੱਜ ਮੇਰਾ ਖਿਆਲ ਤਕਰੀਬਨ ਸਾਡੇ ਰੇੜੇ ਵਾਲੇ ਰੈਕ ਪਿਕਰ ਘਰਾਂ ਚੋਂ ਲੈ ਕੇ ਜਿਹੜਾ ਕੂੜਾ ਆਉਂਦਾ, ਪਤਾ ਹੈ ਕਿ ਸੈਗਰੀਗੇਸ਼ਨ ਕੀ ਹੈ। ਜੀ। ਪਹਿਲਾਂ ਤਾਂ ਸਾਡਾ ਸਭ ਤੋਂ ਫਸਟ ਸਟੈਪ ਇਹ ਸੀ ਕਿ ਲੋਕਾਂ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਸੀ ਕਿ ਸੈਗਰੀਗੇਸ਼ਨ ਕੀ ਹੈ। ਸੋ ਅਸੀਂ ਕਨਸੈਪਟ ਉੱਥੇ ਕਾਮਯਾਬ ਹੋ ਗਏ। ਰਹੀ ਸਾਡੀ ਸ਼ਹਿਰ ਦੀ ਗੱਲ, ਤਾਂ ਅਸੀਂ ਪ੍ਰੋਗਰੈਸਿਵਲੀ ਇਸ ਵੇਲੇ ਪ੍ਰੋਸੈਸਿੰਗ ਦੇ ਲਾਗੇ ਪਹੁੰਚ ਗਏ ਹਾਂ। ਮੁਸ਼ਕਲ ਹੁੰਦਾ ਹੈ ਪੂਰੇ ਸ਼ਹਿਰ ਨਾਲ ਲੈ ਕੇ ਚੱਲਣਾ ਔਰ ਹਰ ਇੱਕ ਨੂੰ ਉਹਦੀ ਆਦਤਾਂ ਨੂੰ ਚੇਂਜ ਕਰਨਾ। ਜਿਹੜੇ ਲੋਕ ਤਾਂ ਬੜੇ ਰਿਸਪੌਂਸੀਬਲ ਉਹ ਸਮਝ ਜਾਂਦੇ ਹਨ, ਪਰ ਕਈ ਵਾਰੀ ਹੁੰਦਾ ਕੀ ਹੈ ਕਿ ਜਿਵੇਂ ਸਾਡੀ ਪੰਜਾਬੀਆਂ ਦੀ ਆਦਤ ਹੈ, ਥੋੜਾ ਜਿਹਾ ਅਸੀਂ ਜਿਹੜਾ ਹਰ ਚੀਜ਼ ਨੂੰ ਲਾਈਟਲੀ ਲੈਂਦੇ ਹਾਂ। ਜੀ। ਸੋ ਇਸ ਵੇਲੇ ਇਹ ਜਿਹੜੇ ਸੋਲਿਡ ਵੇਸਟ ਦੇ ਰੂਲਸ ਹੈ, ਜੇ ਆਪਾਂ ਲਾਈਟਲੀ ਲੈਂਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਕਿਤੇ ਨਾ ਕਿਤੇ ਇਹ ਬੜਾ ਭਾਰੀ ਖਤਰਾ ਹੋਏਗਾ। ਔਰ ਅਸੀਂ ਵੀ, ਮੈਨੂੰ ਲੱਗਦਾ ਹੈ ਕਿ ਉਹ ਜ਼ਿੰਦਗੀ ਅਸੀਂ ਪੂਰੀ ਨਾ ਕਰ ਪਾਈਏ ਜਿਹੜੀ ਸ਼ਾਇਦ ਹੁਣ ਪਰਮਾਤਮਾ ਨੇ ਕੁਦਰਤੀ ਜਿਹੜਾ ਸਾਡਾ ਲਾਈਫ ਸਪੈਨ ਹੋਣਾ ਚਾਹੀਦਾ ਉਹ ਤੋਂ ਕਿਤੇ ਨਾ ਕਿਤੇ ਖੁੰਝ ਜਾਈਏ। ਜੀ। ਇਸ ਮੁੱਦੇ ਤੇ ਜਿਹੜੀ ਹੈ ਇਹ ਅਸੀਂ ਅਕਸਰ ਦੇਖਿਆ ਕਿ ਜਦੋਂ ਵੀ ਕਿਸੇ ਸ਼ਹਿਰ ਦੇ ਵਿੱਚ ਪਛਾਣ ਕਰਨੀ ਤੇ ਕਰਾਉਣੀ ਲੋਕਾਂ ਨੂੰ, ਉੱਥੇ ਤੱਕ ਦਾ ਕੰਮ ਹੋ ਗਿਆ। ਕਲੈਕਸ਼ਨ ਜਾਂ ਇਕੱਤਰ ਕਰਨਾ ਕੂੜਾ, ਉਹਦਾ ਵੀ ਹੋ ਗਿਆ। ਜਿੱਥੇ ਜਾ ਕੇ ਇਹ ਕੂੜਾ ਸਾਰਾ ਰੱਖਿਆ ਜਾਂਦਾ ਹੈ, ਇਹ ਮਸਲਾ ਲੋਕ ਇਹ ਤਾਂ ਚਾਹੁੰਦੇ ਨੇ ਕਿ ਸਾਡਾ ਸ਼ਹਿਰ ਸਾਫ਼ ਹੋਵੇ, ਪਰ ਇਹ ਕੋਈ ਨਹੀਂ ਚਾਹੁੰਦਾ ਵੀ ਸਾਡੀ ਕਲੋਨੀ, ਸਾਡੇ ਮੁਹੱਲੇ, ਸਾਡੇ ਪਿੰਡ ਦੇ ਨੇੜੇ ਤੇੜੇ ਕਿਤੇ ਉਹ ਜਿਹੜਾ ਕੂੜੇ ਦਾ ਪ੍ਰੋਸੈਸਿੰਗ ਪਲਾਂਟ ਬਣ ਜੇ, ਜਾਂ ਇਹਦਾ ਡੰਪ ਏਰੀਆ ਜਾਂ ਕੋਈ ਲੈਂਡਫਿਲ
ਇਸ ਤਰ੍ਹਾਂ ਦੀ ਬਣ ਜੇ। ਇਹਦੇ ਬਾਰੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ? ਬੜਾ ਅੱਛਾ ਕੁਐਸਚਨ ਤੁਹਾਡਾ ਹੈ। ਦੇਖੋ, ਦੋ ਚੀਜ਼ਾਂ ਹੈ ਮੈਂ ਦੱਸਣਾ ਚਾਹਾਂਗਾ। ਇੱਕ ਤਾਂ ਸਾਡੀ ਰੂਟੀਨ ਦੀ ਸੈਨੀਟੇਸ਼ਨ ਹੈ ਜਿਹੜੀ ਕਿ ਕਾਫੀ ਵਰ੍ਹਿਆਂ ਤੋਂ ਚੱਲਦੀ ਆ ਰਹੀ ਹੈ ਜੀ, ਸ਼ਹਿਰ ਦੀ ਸਫਾਈ ਦਾ ਇਸ਼ੂ ਹੈ। ਹਾਂਜੀ। ਦੂਸਰਾ ਜਿਹੜਾ ਸਰਕਾਰ ਨੇ ਸਵੱਛ ਭਾਰਤ ਮਿਸ਼ਨ ਸ਼ੁਰੂ ਕੀਤਾ, ਇਹਨਾਂ ਦੋਨਾਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਜੀ। ਮੈਂ ਦੱਸਣਾ ਚਾਹਾਂਗਾ ਕਿ ਜੇ ਆਪਾਂ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ 2015-16 ਦੇ ਵਿੱਚ ਜਦੋਂ ਸਿਟੀ ਚੋਂ PAP ਚੌਂਕ ਤੋਂ ਅਸੀਂ ਐਂਟਰ ਕਰਦੇ ਸੀਗੇ ਜੀ। ਤਾਂ BSF ਚੌਂਕ ਤੋਂ ਲੈ ਕੇ ਅਲਾਸਕਾ ਚੌਂਕ, PNT ਕਲੋਨੀ, ਸਾਡੇ ਆਫਿਸ ਦੇ ਆਲੇ ਦੁਆਲੇ ਹੀ ਬੜੇ ਡੰਪ ਸਾਈਟਸ ਹੁੰਦੇ ਸੀ, GB ਪੁਆਇੰਟਸ ਹੁੰਦੇ ਸੀ। ਵਿਦਿਨ 5 to 7 years ਅਸੀਂ ਕੀਤਾ ਹੈ। ਮੇਰਾ ਖਿਆਲ ਸਾਡੇ ਡੰਪ ਸਾਈਟ ਸਿਟੀ ਦੇ ਵਿੱਚ ਅਪਰੋਕਸੀਮੇਟਲੀ 25 ਦੇ ਆਸ-ਪਾਸ ਜਿੱਥੋਂ ਅਸੀਂ ਰੋਜ਼ ਡੇਲੀ ਗਾਰਬੇਜ ਕਲੈਕਸ਼ਨ ਕਰਦੇ ਹਾਂ। ਸੋ ਅਸੀਂ ਜੇ ਇਸ ਚੀਜ਼ ਨੂੰ ਦੇਖੀਏ ਕਿ ਅਸੀਂ ਡੰਪ ਸਾਈਟਸ ਬਹੁਤ ਘਟਾਏ ਹੈ। GBB ਪੁਆਇੰਟਸ, ਗਾਰਬੇਜ ਬਲੇਵਰਡ ਪੁਆਇੰਟਸ ਤੇ ਲੋਕਾਂ ਨੂੰ ਆਦਤ ਸੀ ਆਪਣੇ ਘਰ ਦਾ ਕੂੜਾ ਸੁੱਟਣ ਦੀ, ਉਹ ਵੀ ਅਸੀਂ ਆਲਮੋਸਟ 40+ ਜਿਹੜੇ ਘਟਾਏ ਹੈਗੇ। ਸੋ ਇਹ ਤਾਂ ਨਹੀਂ ਹੈ ਵੀ ਅਸੀਂ ਕੰਮ ਨਹੀਂ ਕਰ ਰਹੇ, ਲੇਕਿਨ ਇਹ ਹੈ ਕਿ ਕਿਤੇ ਨਾ ਕਿਤੇ ਲੋਕਾਂ ਨਾਲ ਜੁੜਿਆ ਹੋਇਆ ਹੈ ਔਰ ਸਾਡੇ ਕਾਰਪੋਰੇਸ਼ਨ ਦਾ ਸਟਰਕਚਰ ਇਸ ਤਰ੍ਹਾਂ ਦਾ ਹੈ ਕਿ ਅਸੀਂ ਇੱਕਦਮ ਵੀ ਜਿਹੜਾ ਹੈ ਉਹਨੂੰ ਸਖਤੀਆਂ ਲਾਗੂ ਨਹੀਂ ਕਰ ਸਕਦੇ। ਗ੍ਰੈਜੂਅਲ ਇਹਦੇ ਚ ਚੇਂਜ ਆ ਰਹੀ ਆ, ਹੌਲੀ ਹੌਲੀ ਬਦਲਾਅ ਵੱਲ ਅਸੀਂ। ਸੈਕੰਡਲੀ ਉਹ 'ਚ ਮੈਂ ਦੱਸਣਾ ਚਾਹਾਂਗਾ ਕਿ ਪ੍ਰੋਸੈਸਿੰਗ ਦੀ ਆਪਾਂ ਗੱਲ ਕੀਤੀ ਹੈ। ਸੋ ਅਸੀਂ ਜਦੋਂ ਆਲਮੋਸਟ 2017-18 ਦੀ ਗੱਲ ਕਰੀਏ ਤਾਂ ਹੁਣ ਤਾਂ ਚਲੋ ਅਸੀਂ ਬਾਇਓਮੈਥਨੇਸ਼ਨ ਪਲਾਂਟ ਨਹੀਂ ਲਗਾ ਸਕੇ, ਤਾਂ ਪਲੱਸ ਬਾਇਓਮਾਈਨਿੰਗ ਵੀ ਸਾਡਾ ਪ੍ਰੋਜੈਕਟ ਡਿਲੇ ਹੋ ਰਿਹਾ ਹੈ। ਸ਼ਾਇਦ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਬਾਇਓਮਾਈਨਿੰਗ ਦਾ ਪ੍ਰੋਜੈਕਟ ਸਭ ਤੋਂ ਪਹਿਲਾਂ ਨਾਰਥ ਦੇ ਵਿੱਚ ਪਾਸ ਕਰਾਉਣ ਜਲੰਧਰ ਕਾਰਪੋਰੇਸ਼ਨ ਸੀਗੀ ਔਰ ਬਾਇਓਮੈਥਨੇਸ਼ਨ ਦਾ ਪਲਾਂਟ ਵੀ ਅਸੀਂ ਹੀ ਪਾਸ ਕਰਾਇਆ ਸੀ। ਕਿਤੇ ਨਾ ਕਿਤੇ ਕੋਈ ਚੀਜ਼ਾਂ ਅਸੀਂ ਕਾਮਯਾਬ ਨਹੀਂ ਹੋ ਪਾਏ ਕਿਉਂਕਿ ਸਾਨੂੰ ਕਈ ਤਰ੍ਹਾਂ ਦੇ ਅਪਰੂਵਲਸ ਲੈਣੀਆਂ ਪੈਂਦੀਆਂ ਔਰ ਜਿੱਥੇ ਅਸੀਂ ਪਲਾਂਟ ਲਗਾਉਂਦੇ ਲੋਕਾਂ ਦੇ ਮਨ ਦੇ ਵਿੱਚ ਸ਼ੰਕਾ ਹੈਗੀ ਕਿ ਪਤਾ ਨਹੀਂ ਕੀ ਚੀਜ਼ ਹੈ। ਪਰ ਮੈਂ ਇਹ ਗੱਲ ਜਾਣਦਾ ਕਿ ਜਿਸ ਤਰ੍ਹਾਂ ਮੈਡਮ ਸਾਡੇ ਕੋਲ ਐਨਵਾਇਰਨਮੈਂਟਿਸਟ ਹੈ, ਆਰਕੀਟੈਕਟ ਮੈਡਮ, ਇਹਨਾਂ ਨੇ ਘਰ ਦੇ ਵਿੱਚ ਹੀ ਕੂੜੇ ਦਾ ਪ੍ਰੋਸੈਸ ਕੀਤਾ। ਮੈਨੂੰ ਲੱਗਦਾ ਨਹੀਂ ਕੋਈ ਇਹਨਾਂ ਨੂੰ ਸਮੱਸਿਆ ਆ ਰਹੀ ਹੈ। ਤੇ ਜੇ ਅਸੀਂ ਕਿਤੇ ਪ੍ਰੋਸੈਸਿੰਗ ਕਰਨੀ ਸਟਾਰਟ ਕਰਦੇ ਹਾਂ, ਅਸੀਂ ਸਭ ਤੋਂ ਪਹਿਲਾਂ ਆਰਗੈਨਿਕ ਵੇਸਟ ਕੰਪੋਸਟਰ 2-2 ਟਨ ਦੇ 4 ਵਿਧਾਨ ਸਭਾ ਹਲਕੇ 'ਚ ਪ੍ਰਪੋਜ਼ ਕੀਤੀ ਸਿਟੀ ਦੇ ਵਿੱਚ। ਲੋਕਾਂ ਦੇ ਦਿਮਾਗ 'ਚ ਇਹ ਆ ਗਿਆ ਕਿ ਪਤਾ ਨਹੀਂ ਇੱਥੇ ਕੂੜਾ ਡੰਪ ਬਣ ਜਾਣਾ ਹੈ। ਅਸੀਂ ਕਾਫੀ ਕਨਵਿੰਸ ਕੀਤਾ ਪਰ ਲੋਕੀ ਉਹਦੇ ਨਾਲ ਕਨਵਿੰਸ ਨਹੀਂ ਹੋਏ, ਉਹਨਾਂ ਨੇ ਸਾਨੂੰ ਉਹ ਪਲਾਂਟ ਨਹੀਂ ਲਗਾਉਣ ਦਿੱਤਾ। ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ ਜਿੱਥੇ ਵੀ ਕੂੜੇ ਦਾ ਪ੍ਰੋਸੈਸਿੰਗ ਕਰਨ ਦਾ ਪਲਾਂਟ ਲੱਗੇਗਾ ਉੱਥੇ ਡੇਲੀ ਕੂੜਾ ਆਏਗਾ ਔਰ ਡੇਲੀ ਪ੍ਰੋਸੈਸ ਹੋ ਜਾਏਗਾ। ਜਸਟ ਲਾਈਕ ਫੈਕਟਰੀ ਕੰਮ ਹੋਏਗਾ ਜੀ। ਬਿਲਕੁਲ ਇਹ ਨੁਕਤਾ ਸ਼ਾਇਦ ਕਿਤੇ ਨਾ ਕਿਤੇ ਪੁਰਾਣਾ ਹਜੇ ਸਾਡੇ ਦਿਮਾਗ 'ਚ ਵਸਿਆ ਹੋਇਆ ਹੈ। ਪਹਿਲਾਂ ਕੂੜਾ ਆਉਂਦਾ ਸੀ ਤਾਂ ਕੂੜਾ ਉੱਥੇ ਪਿਆ ਰਹਿੰਦਾ ਸੀ, ਗਲਦਾ ਸੜਦਾ ਸੀ, ਸੜਾਂਦ ਮਾਰਦੀ ਸੀ। ਪਰ ਹੁਣ ਤੁਹਾਡੀਆਂ ਕੋਸ਼ਿਸ਼ਾਂ ਦੇ ਨਾਲ ਜਿਹੜੀ ਸਮਾਂ ਅਵਧੀ ਹੈ ਉਹ ਘਟੀ ਹੈ। ਕੂੜੇ ਦੀ ਮੂਵਮੈਂਟ ਲਗਾਤਾਰ ਮੇਰੇ ਖਿਆਲ 'ਚ 24 ਘੰਟਿਆਂ ਦੇ ਦੌਰਾਨ ਹੋ ਜਾਂਦੀ ਹੈ। ਅਸੀਂ ਸਰ ਸਾਡੇ ਦੇਖੋ ਅਸੀਂ ਨੋ ਡਾਊਟ ਡਿਲੇ ਹੋ ਜਾਂਦੇ ਹਾਂ, ਬਰਸਾਤ ਦੇ ਵਿੱਚ ਵੀ ਹੋ ਜਾਂਦੇ, ਕਈ ਵਾਰੀ ਕੁਝ ਐਜੀਟੇਸ਼ਨਸ ਵੀ ਹੁੰਦੇ ਲੋਕਾਂ ਦੇ ਜਾਂ ਕਈ ਦਿੱਕਤ ਵੀ ਸਾਨੂੰ ਆ ਜਾਂਦੀਆਂ ਕਿਉਂਕਿ ਮਸ਼ੀਨਰੀ ਦਾ ਕੰਮ ਹੈ ਸਾਰਾ। ਲੇਕਿਨ ਸਾਡਾ ਜਿਹੜਾ ਬੇਸਿਕਲੀ ਸਾਡਾ ਇਹ ਹੁੰਦਾ ਕਿ ਸਿਟੀ ਨੂੰ ਅਸੀਂ 12 ਵਜੇ ਤੱਕ ਜਿਹੜਾ ਸਾਫ਼ ਕਰਵਾ ਦਈਏ। ਔਰ ਜਿੱਦਾਂ ਕਿ ਪ੍ਰੋਸੈਸਿੰਗ ਦੀ ਅਸੀਂ ਗੱਲ ਕੀਤੀ ਹੈ, ਪ੍ਰੋਸੈਸਿੰਗ ਵਾਸਤੇ ਵੀ ਅਸੀਂ ਇਸ ਲਈ ਬਿਲਕੁਲ ਲਗਾਤਾਰ ਕੋਸ਼ਿਸ਼ਾਂ ਸਾਡੀਆਂ ਹੈਗੀਆਂ ਔਰ ਵਿਦਿਨ 2-3 ਮੰਥਸ ਅਸੀਂ ਕਿਤੇ ਨਾ ਕਿਤੇ 2-3 ਜਗ੍ਹਾ ਦੇ ਉੱਤੇ ਪ੍ਰੋਸੈਸਿੰਗ ਸਟਾਰਟ ਕਰ ਦਿਆਂਗੇ ਬੈਟ ਵੇਸਟ ਦੀ। ਔਰ ਕਈ ਜਗ੍ਹਾ ਅਸੀਂ ਜਿਹੜੀ ਹੈ ਤੁਸੀਂ ਮੇਰੇ ਨਾਲ ਚੱਲ ਕੇ ਦੇਖ ਸਕਦੇ ਹੋ, ਦਕੋਹਾ ਦੇ ਵਿੱਚ ਅਸੀਂ ਅੱਜ ਵੀ ਪ੍ਰੋਸੈਸਿੰਗ ਕਰਦੇ ਪਏ ਹਾਂ। ਹਾਲੇ ਸਾਡੇ ਕੋਲ ਸਫੀਸ਼ੀਐਂਟ ਮਸ਼ੀਨਰੀ ਨਹੀਂ ਹੈ। ਅਸੀਂ ਟ੍ਰੈਡੀਸ਼ਨਲ ਮਾਡਲ ਪਿਟ ਕੰਪੋਸਟਿੰਗ ਕਰਦੇ ਪਏ ਹਾਂ। ਉਸ ਪਿਟਸ ਦੇ ਵਿੱਚ ਅਸੀਂ ਵਿਦਆਊਟ ਸ਼ਰੈਡਿੰਗ ਪਾ ਰਹੇ ਹਾਂ ਕਿਉਂਕਿ ਸ਼ਰੈਡਰ ਅਸੀਂ ਸਾਡੀ ਪਾਈਪਲਾਈਨ ਦੇ ਵਿੱਚ ਹੈ, ਟੈਂਟ ਪ੍ਰੋਸੈਸਡ ਹੈਗੇ ਆ। ਸੋ ਅਸੀਂ ਚੀਜ਼ਾਂ ਕਰਦੇ ਪਏ, ਮੈਂ ਤੁਹਾਨੂੰ ਦਿਖਾ ਸਕਦਾ ਹਾਂ। ਔਰ ਉਸ ਜਗ੍ਹਾ ਬੜੀ ਸਫਾਈ ਨਾਲ ਕੰਮ ਇਹ ਹੋ ਰਿਹਾ। ਸਾਡੇ ਕੋਲ ਕੁਛ ਨਾ ਕੁਛ ਸਟਾਫ ਦੀ ਔਰ ਮਸ਼ੀਨਰੀ ਦੀ ਕਮੀ ਇਸ ਵੇਲੇ ਹੈ, ਉਹ ਪੂਰੀ ਹੋ ਜਾਏਗੀ। ਅਸੀਂ ਇਸ ਚੀਜ਼ ਨੂੰ ਪ੍ਰੋਪਰ ਸਿਸਟਮ 'ਚ ਲੈ ਆਵਾਂਗੇ। ਮੈਡਮ ਮੀਨਲ ਵਰਮਾ ਜੀ, ਤੁਸੀਂ ਇਸ ਖੇਤਰ ਨਾਲ ਜੁੜੇ ਹੋਏ ਹੋ, ਪ੍ਰੋਫੈਸ਼ਨਲ ਤੁਸੀਂ ਇੱਕ ਯੋਗਤਾ ਰੱਖਦੇ ਹੋ। ਇੱਕ ਗ੍ਰਹਿਣੀ ਦੇ ਤੌਰ 'ਤੇ ਤੁਹਾਨੂੰ ਉਹਨਾਂ ਸਾਰੀਆਂ ਗਤੀਵਿਧੀਆਂ ਦਾ ਪਤਾ ਹੈ ਜੋ ਘਰ ਦੇ ਵਿੱਚ ਵਾਪਰਦੀਆਂ ਨੇ। ਬਹੁਤ ਸਾਰੇ ਸਾਡੇ ਸਰੋਤੇ, ਔਰਤਾਂ, ਭੈਣਾਂ, ਬੀਬੀਆਂ ਇਸ ਪ੍ਰੋਗਰਾਮ ਨੂੰ ਸੁਣ ਰਹੀਆਂ ਹੋਣਗੀਆਂ। ਉਹਨਾਂ ਲਈ ਤੁਸੀਂ ਘਰ ਦੇ ਕਿਉਂਕਿ ਘਰ ਦੀ ਮਾਲਕਣ ਹੈ ਜਿਹੜੀ ਉਹ ਔਰਤ ਹੁੰਦੀ ਹੈ, ਤਾਂ ਉਹਨਾਂ ਦੇ ਕਰਨ ਵਾਲਾ ਕਿਹੜਾ ਕੰਮ ਹੈ ਜੋ ਤੁਹਾਨੂੰ ਐਂ ਲੱਗਦਾ ਕਿ ਆਹ ਵਾਲਾ ਪਹਿਲਾ, ਦੂਸਰਾ ਜਾਂ ਤੀਸਰਾ ਕੰਮ ਉਹਨਾਂ ਦੇ ਪੱਧਰ ਤੇ ਕੀਤਾ ਜਾ ਸਕਦਾ? ਇਹ ਸਾਨੂੰ ਜ਼ਰੂਰ ਦੱਸੋ। ਦੇਖੋ, ਜੈਂਡਰ ਬਾਇਸ ਤਾਂ ਨਹੀਂ ਹੈ ਕੰਮ, ਇਹ ਤਾਂ ਸਾਰਿਆਂ ਨੂੰ ਹੀ ਕਰਨਾ ਪੈਣਾ, ਇੱਕ ਦੇ ਮਤਲਬ ਦਾ ਨਹੀਂ ਹੈ। ਤੇ ਦੂਜਾ ਸੈਗਰੀਗੇਸ਼ਨ ਜਿਹੜੀ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ ਸੋਰਸ ਤੇ। ਜੀ ਤੁਸੀਂ ਆਪਣਾ ਪਲਾਸਟਿਕ ਵੱਖਰਾ ਪੈਕ ਕਰੋ, ਸਾਫ ਸੁਥਰਾ ਰੱਖ ਕੇ, ਤਾਂ ਕਿ ਫੰਗਸ ਨਾ ਆਏ ਉੱਤੇ ਨਾ, ਨਹੀਂ ਤਾਂ ਰੀਸਾਈਕਲ ਨਹੀਂ ਹੋ ਸਕਦਾ ਉਹ। ਦੂਜਾ ਐਲੂਮੀਨੀਅਮ ਤੁਹਾਡੇ ਸਕ੍ਰੈਪ ਹੈ ਉਹ ਵੱਖਰਾ ਪੈਕ ਕਰੋ, ਥਰਮਾਕੋਲ ਵੱਖਰਾ ਰੱਖੋ। ਤੇ ਜਦੋਂ ਤੁਸੀਂ ਡਿਸਪੋਜ਼ ਆਫ ਕਰਦੇ ਹੋ ਤੇ ਨੀਟਲੀ ਪੈਕ ਕਰਕੇ ਤੁਸੀਂ ਸਫਾਈ ਕਰਮਚਾਰੀ ਨੂੰ ਦੇ ਦਿਓ, ਉਹਨਾਂ ਦੀ ਇਨਕਮ ਜਨਰੇਟ ਹੁੰਦੀ ਹੈ। ਤੁਸੀਂ ਬੋਟਲ ਜਿਹੜੀਆਂ ਹੈਗੀਆਂ ਇਸ ਵੇਲੇ ਮੈਂ ਕਹਿੰਦੀ ਹਾਂ ਹਾਈ ਰੇਟ ਤੇ ਵਿਕਦੀਆਂ ਨੇ। ਸੋ ਜਦੋਂ ਤੁਸੀਂ ਉਹਨੂੰ ਕੱਟ ਦਿੰਦੇ ਹੋ ਉਹਦੀ ਵੈਲਿਊ ਘੱਟ ਜਾਂਦੀ ਹੈ ਤੇ ਨਾਲੇ ਜਿਹੜਾ ਵੇਸਟ ਕ੍ਰੀਏਟ ਹੁੰਦਾ ਉਹ ਮੈਨੇਜ ਨਹੀਂ ਹੁੰਦਾ।
ਦੂਜਾ ਕਿਚਨ ਵੇਸਟ, ਜਿਹੜਾ ਸਾਡਾ 60% ਵੇਸਟ ਕਿਚਨ ਤੋਂ ਹੀ ਆਉਂਦਾ ਹੈ। ਮੈਂ ਜਿਹੜਾ ਕੰਮ ਕਰਨੀ ਹੈ ਮੈਂ 3 ਭਾਗ 'ਚ ਡਿਵਾਈਡ ਕਰ ਦਿੰਦੀ ਹਾਂ ਉਹਨੂੰ। ਜਿਹੜੇ ਫਰੈਸ਼ ਪੀਲਸ ਹੁੰਦੇ ਨੇ ਉਹ ਮੈਂ ਰੋਜ਼ ਦੀ ਰੋਜ਼ ਗਾਂ ਨੂੰ ਫੀਡ ਕਰਾਂਗੀ ਹਾਂ। ਠੀਕ ਹੈ। ਅਤੇ ਮੈਂ ਗਾਂ ਜਿਹੜੀ ਹੈ ਨਾ ਉਹਨੂੰ ਮੈਂ ਨੈਚੁਰਲ ਕੰਪੋਸਟਰ ਕਹਿੰਦੀ ਹਾਂ ਜੀ। ਪਹਿਲਾਂ ਅਸੀਂ ਗਾਂ ਨੂੰ ਹੀ ਦਿੰਦੇ ਸੀ, ਇੰਨਾ ਵੇਸਟ ਹੁੰਦਾ ਨਹੀਂ ਸੀ ਘਰ ਵਿੱਚ ਜੀ। ਅਤੇ ਦੂਜਾ ਭਾਗ ਜਿਹੜਾ ਹੁੰਦਾ ਉਹ ਸਿਟਰਸ ਪੀਲ, ਜਿਹੜੇ ਨਿੰਬੂ ਦੇ ਛਿਲਕੇ, ਸਾਡੇ ਮੌਸੰਮੀ ਦੇ ਛਿਲਕੇ ਜਿੰਨੇ ਵੀ ਹੁੰਦੇ, ਉਹਦਾ ਮੈਂ ਕਲੀਨਰ ਬਣਾਉਂਦੀ ਹਾਂ ਜੀ ਘਰ ਵਿੱਚ, ਜਿਹੜਾ ਕਿ ਫਰੂਟ ਅਤੇ ਵੈਜੀਟੇਬਲਸ ਕਲੀਨ ਕਰਨ ਦੇ ਕੰਮ ਆਉਂਦਾ ਹੈ, ਮੋਪਿੰਗ ਦੇ ਪੋਚੇ ਮਾਰਨ ਦੇ ਕੰਮ ਆਉਂਦਾ ਹੈ, ਬਾਥਰੂਮ ਧੋਣ ਦੇ ਕੰਮ ਆਉਂਦਾ, ਸਾਰੀ ਜਿੰਨੀ ਵੀ ਤੁਹਾਡੀ ਸਫਾਈ ਦੇ ਕੰਮ ਨੇ ਨਾ ਉਹਦੇ ਨਾਲ ਹੋ ਜਾਂਦੇ। ਅਤੇ ਤੁਹਾਡਾ ਮਹੀਨੇ ਦਾ ਨਾ ਕਰਦੇ 4-5 ਹਜ਼ਾਰ ਰੁਪਏ ਬਚ ਜਾਂਦਾ ਜੀ। ਅਤੇ ਤੁਸੀਂ ਘਰ ਬਣਾ ਸਕਦੇ ਹੋ। ਜ਼ਰੂਰ ਇਹ ਚੀਜ਼ ਕੀਤੀ ਜਾਣੀ ਚਾਹੀਦੀ ਹੈ। ਬਲਕਿ ਕੰਪੋਸਟਿੰਗ ਵੀ ਜਿਹੜਾ ਬਚ ਜਾਂਦਾ ਵੇਸਟ ਉਹ ਕੰਪੋਸਟ ਕਰ ਲਓ। ਅਤੇ ਪਲਾਂਟਸ ਤਾਂ ਸਾਰਿਆਂ ਦੇ ਘਰ ਨੇ ਅੱਜ ਕੱਲ੍ਹ, ਫੈਸ਼ਨ 'ਚ ਨੇ ਜੀ। ਅਤੇ ਕੰਪੋਸਟ ਵੈਰੀ ਵੈਲ ਯੂਜ਼ ਹੋ ਜਾਂਦੀ ਫਿਰ। ਕੀ ਤੁਸੀਂ ਹੋਰ ਤਾਂ ਕੋਈ ਰਹਿ ਹੀ ਨਹੀਂ ਗਿਆ ਵੇਸਟ ਫਿਰ। ਟ੍ਰੇਨਿੰਗ ਵੀ ਕੋਈ ਗਲੀ ਮੁਹੱਲੇ ਦੇ ਵਿੱਚ ਲਾਈਕ ਮਾਈਂਡਡ ਜੋ ਤੁਹਾਡੇ ਫਰੈਂਡ ਸਰਕਲ 'ਚ ਔਰਤਾਂ ਹਨ? ਹਾਂਜੀ, ਮੇਰੀ ਟੀਮ ਹੈਗੀ ਇੱਕ ਜੀ, ਅਤੇ ਅਸੀਂ ਕੈਂਪੇਨ ਵੀ ਰਨ ਕਰਦੇ ਹਾਂ, ਡਰਾਈ ਵੇਸਟ ਕਲੈਕਸ਼ਨ ਕੈਂਪ। ਅਤੇ ਲੋਕਾਂ ਨੂੰ ਮੋਟੀਵੇਟ ਕਰਨ ਲਈ ਗਿਫਟ ਵੀ ਦਿੰਦੇ ਹਾਂ ਉਹਨਾਂ ਨੂੰ, ਬਾਇਓਐਨਜ਼ਾਈਮ, ਰੈਡੀ ਕੰਪੋਸਟ ਪਲਾਂਟਸ, ਤਾਂ ਕਿ ਲੋਕੀ ਸੈਗਰੀਗੇਟ ਕਰਨਾ ਸ਼ੁਰੂ ਕਰ ਦੇਣ। ਤੇ ਕਦੇ ਇਸ ਤਰ੍ਹਾਂ ਦਾ ਕੋਈ ਨੈਗੇਟਿਵ ਕਮੈਂਟ ਨਹੀਂ ਆਇਆ ਵੀ ਇਹ ਕੀ ਕੂੜੇ ਜੇ ਵਾਲਾ ਕੰਮ ਹੈ ਜਾਂ ਕੀ? ਉਹ ਮੈਂ ਸੁਣਦੀ ਨਹੀਂ ਜੇ ਆਉਂਦਾ ਵੀ ਹੈ ਨਾ। ਮਤਲਬ ਅਸੀਂ ਅੱਗੇ ਨੂੰ ਤੁਰਨਾ ਹੈ, ਅਸੀਂ ਕਿਉਂ ਸੁਣਨਾ ਨਾ ਇਹਨਾਂ ਦੀ ਗੱਲਾਂ ਨੂੰ। ਮੇਰੇ ਕੋਲ ਮੇਰੀ ਟੀਮ ਹੈ, ਤਾਂ ਹੀ ਕਰਕੇ ਅਸੀਂ ਕਹਿੰਦੇ ਕਿ ਲਾਈਕ ਮਾਈਂਡਡ ਨਾਲ ਜੁੜੋ, ਤਾਂ ਕਿ ਤੁਸੀਂ ਜਦ ਨਾਲ ਤੁਰੋਗੇ ਤਾਂ ਕਿਤੇ ਤਾਂ ਪੁੱਜੋਗੇ। ਸਟਾਰਟ ਕਰਨਾ ਔਖਾ ਹੈ ਬਸ, ਬਾਕੀ ਤਾਂ। ਅੱਛਾ, ਇਹਨਾਂ ਗਤੀਵਿਧੀਆਂ ਦੇ ਵਿੱਚ ਜਿਹੜਾ ਜਨਰਲ ਪਬਲਿਕ ਦਾ ਰਿਸਪੌਂਸ ਹੈ, ਗ੍ਰਹਿਣੀਆਂ ਦਾ ਖਾਸ ਤੌਰ 'ਤੇ, ਉਹ ਕਿਹੋ ਜਿਹਾ ਰਹਿੰਦਾ ਤੁਹਾਨੂੰ? ਦੇਖੋ, ਮੈਂ ਕਹਿੰਦੀ ਹਾਂ ਮੇਰਾ ਘਰ ਡਸਟਬਿਨ ਫਰੀ ਹੈ, ਅਤੇ ਹੁਣ ਮੇਰੇ ਟੀਮ ਮੈਂਬਰਸ ਜਿਹੜੇ ਆ ਉਹਨਾਂ ਦਾ ਵੀ ਘਰ ਡਸਟਬਿਨ ਫਰੀ ਹੈ, ਜਿਹੜੇ ਮੇਰੇ ਨਾਲ ਕੰਮ ਕਰਦੇ ਨੇ। ਅਤੇ ਬਹੁਤ ਵੱਡੀ ਗੱਲ ਹੈ ਜਦੋਂ ਮੈਂ ਕਹਿੰਦੀ ਜੇ ਇੱਕ ਵੀ ਬੰਦਾ ਚੇਂਜ ਹੋ ਜਾਂਦਾ ਨਾ, ਬਹੁਤ ਵੱਡੀ ਗੱਲ ਹੈ। ਅਤੇ ਮੇਰੇ ਨਾਲ ਤਾਂ ਟੀਮ ਹੈ ਹੁਣ, ਅਤੇ ਮੇਰੀ ਟੀਮ ਹੁਣ ਸਿਟੀ ਤੱਕ ਹੀ ਨਹੀਂ ਹੈਗੀ ਸੀਮਿਤ, ਹੁਣ ਗਲੋਬਲ ਹੈ, ਅਮਰੀਕਾ, ਕੈਨੇਡਾ, ਇੰਨੀ ਟੀਮ ਹੈ ਮੇਰੀ ਜੀ। ਤਾਂ ਬੜੀ ਵਧੀਆ ਗੱਲ ਹੈ ਕਿ ਤੁਸੀਂ ਆਪਣੇ ਕੰਮ ਦੇ ਦਾਇਰੇ ਨੂੰ ਲਗਾਤਾਰ ਵਧਾ ਰਹੇ ਹੋ। ਅਰਜੁਨ ਸ਼ਰਮਾ ਜੀ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਮੌਜੂਦਾ ਦੌਰ ਜਦੋਂ ਕਿ ਬਹੁਕੌਮੀ ਕੰਪਨੀਆਂ ਦੇ ਉਤਪਾਦ ਨੇ ਉਹ ਟੀਵੀ ਅਤੇ ਇੰਟਰਨੈਟ ਦੀ ਇਸ਼ਤਿਹਾਰਬਾਜ਼ੀ ਰਾਹੀਂ ਸਾਡੇ ਰਹਿਣ ਸਹਿਣ ਨੂੰ ਬਦਲ ਰਹੇ ਨੇ, ਕੀ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਪ੍ਰਤੀ ਵਿਅਕਤੀ ਪੈਦਾ ਹੋਣ ਵਾਲੇ ਕੂੜੇ ਦੀ ਮਾਤਰਾ ਵੱਧ ਰਹੀ ਹੈ, ਜੋ ਹੁਣ ਦੀ ਸਾਡੀ ਜੀਵਨ ਸ਼ੈਲੀ ਹੈ? ਸਾਡੀ ਜੀਵਨ ਸ਼ੈਲੀ ਦੇ ਵਿੱਚ ਪਲਾਸਟਿਕ ਨੇ ਐਸਾ ਡਰਾਸਟਿਕ ਰੋਲ ਕੀਤਾ ਜੀ ਕਿ ਅਸੀਂ ਪਲਾਸਟਿਕ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ। ਰਾਸ਼ਨ ਲੈਣ ਜਾਣਾ ਤੇ ਅਗਰ ਉਹ 'ਚ ਆਟਾ ਆ ਰਿਹਾ ਤਾਂ ਉਹ ਪਲਾਸਟਿਕ ਦੇ ਪੈਕ 'ਚ ਹੈ, ਚੀਨੀ ਹੈ ਤੇ ਉਹ ਪਲਾਸਟਿਕ ਦੇ ਪੈਕ 'ਚ ਆਏਗੀ, ਚਾਹ ਪੱਤੀ ਹੈ ਉਹ ਕਲਰ ਜੇ ਪਲਾਸਟਿਕ ਦੇ ਪੈਕ 'ਚ ਆਏਗੀ, ਅਸੀਂ ਕਿਤੋਂ ਸਮੋਸੇ ਮੰਗਾ ਲਏ ਤੇ ਉਹ ਵੀ ਪਲਾਸਟਿਕ ਪੈਕ 'ਚ ਆਉਣਗੇ, ਕਿਤੋਂ ਖਾਣਾ ਮੰਗਾ ਲਿਆ ਬਣਿਆ ਬਣਾਇਆ ਉਹ ਵੀ ਪਲਾਸਟਿਕ ਪੈਕ 'ਚ ਆਏਗਾ। ਇਹ ਸਾਡਾ ਇੱਕ ਜੀਵਨ ਦਾ ਹਿੱਸਾ ਬਣ ਗਿਆ ਸੀ। ਇਸ ਚੀਜ਼ ਨੇ ਸਾਨੂੰ ਬਹੁਤ ਬੁਰੇ ਹਾਲਾਤ ਵਿੱਚ ਲਿਜਾਣ ਲਈ ਕੋਈ ਕਸਰ ਨਹੀਂ ਛੱਡੀ। ਹੁਣ ਸਰਕਾਰਾਂ ਨੇ ਜਦੋਂ ਸਖਤੀ ਕੀਤੀ ਹੈ ਤੇ ਇਹ ਸਖਤੀ ਮੈਂ ਸਮਝਦਾ ਇਹਦੇ 2 ਪਹਿਲੂ ਹੈ। ਪਹਿਲਾ ਤਾਂ ਇਹ ਹੈ ਕਿ ਸਖਤੀ ਕਿੰਨੀ ਕੁ ਕੀਤੀ ਜਾ ਸਕਦੀ ਹੈ, ਦੂਜਾ ਇਹ ਹੈ ਕਿ ਇਹਨਾਂ ਚੀਜ਼ਾਂ ਦੀ ਆਦਤ ਹੋ ਕੇ ਹੁਣ ਬਿਨਾਂ ਇਹਨਾਂ ਤੋਂ ਆਦਤ ਜਿਹੜੀ ਬਣਾਉਣੀ ਹੈ ਉਹਦੇ ਲਈ ਕੀ ਮੈਥਡ ਅਪਣਾਉਣੇ ਪੈਣਗੇ, ਕੀ ਕਰਨਾ ਪਏਗਾ। ਹੁਣ ਸਬਜ਼ੀ ਲੈਣ ਜਾਣ ਲਈ ਪਹਿਲਾਂ ਲੋਕੀ ਗਲੇ ਥੈਲਾ ਪਾ ਕੇ ਚਲੇ ਜਾਂਦੇ ਸੀ। ਬਿਲਕੁਲ, ਆਲਮੋਸਟ ਜਿਹੜੇ ਲੋਕ ਜਾਂਦੇ ਸੀ ਸ਼ਾਮ ਨੂੰ ਉਹ ਥੈਲਾ ਗਲੇ 'ਚ ਘਰੋਂ ਲੈ ਕੇ ਜਾਂਦੇ ਸੀ। ਉਹ 'ਚ ਕੋਈ ਚੀਨੀ ਲੈ ਲਈ, ਕੋਈ ਪੱਤੀ ਲੈ ਲਈ, ਕੋਈ ਘਿਓ ਲੈ ਲਿਆ, ਕੋਈ ਸਬਜ਼ੀ ਲੈ ਲਈ, ਕੋਈ ਪਿਆਜ਼ ਲੈ ਲਏ, ਉਹ ਪਾ ਦਿੰਦੇ, ਉਹ ਲੈ ਕੇ ਘਰ ਆ ਜਾਂਦੇ ਸੀ। ਫਿਰ ਅਸੀਂ ਥੈਲਾ ਕਲਚਰ ਬੰਦ ਕਰ ਦਿੱਤਾ। ਫਿਰ ਥੈਲੇ ਕਲਚਰ ਤੋਂ ਬਾਅਦ ਫਿਰ ਦੂਜਾ ਕਲਚਰ ਆ ਗਿਆ ਕਿ ਸਾਨੂੰ ਪੈਕ ਕਰਕੇ ਫੜਾਤਾ ਨੇ, ਸਕੂਟੀ 'ਤੇ ਰੱਖਿਆ, ਕਿੱਕ ਮਾਰੀ ਘਰ ਆ ਗਏ। ਹੁਣ ਇਸ ਜੀਵਨ ਸ਼ੈਲੀ ਲਈ ਸਾਨੂੰ ਥੋੜ੍ਹਾ ਪੁਰਾਣੇ ਤਰੀਕੇ ਨਾਲ ਆਪਣਾ ਜੀਵਨ ਜਿਹੜਾ ਉਹ ਉਸ ਪਾਸੇ ਲੈ ਕੇ ਜਾਣਾ ਪਏਗਾ। ਸਾਨੂੰ ਉਹ ਥੈਲੇ ਵਾਲਾ ਕਲਚਰ ਵਾਪਸ ਲੈ ਕੇ ਆਉਣਾ ਪਏਗਾ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਦੇਖੋ, ਮੈਂ ਇੱਕ ਇੱਥੇ ਗੱਲ ਕਰਨੀ ਚਾਹੁੰਦਾ ਜੀ ਕਿ ਸਾਡੇ ਬਰਸਾਤ ਆਉਂਦੀ ਹੈ, ਪਾਣੀ ਬਹਿ ਜਾਂਦਾ, ਸਰਕਾਰ ਸੀਵਰ ਪ੍ਰਣਾਲੀ ਬਣਾਉਂਦੀ ਹੈ, ਉਹਦੇ ਆਪਣੇ ਮੈਥਡਸ ਹੈ, ਉਹਦੇ ਆਪਣੇ ਤੌਰ ਤਰੀਕੇ ਹੈ। ਹੁਣ ਇੱਕ ਐਸਾ ਪੰਜਾਬ ਦੇ ਵਿੱਚ ਮਾਡਲ ਬਣਿਆ ਜਿਹਨੂੰ ਸੀਚੇਵਾਲ ਮਾਡਲ ਕਹਿੰਦੇ ਆ। ਉਹ ਸੀਚੇਵਾਲ ਮਾਡਲ ਦੇ ਵਿੱਚ ਜਿਹੜੀ ਚੀਜ਼ ਤਿਆਰ ਹੋਈ ਹੈ, ਇੱਕ ਐਸਾ ਪਲਾਂਟ ਬਣ ਗਿਆ ਜਿਸ 'ਚ ਪਾਣੀ ਪਿਓਰੀਫਾਈ ਹੁੰਦਾ ਜੀ, ਔਰ ਉਸ ਜਿਹੜਾ ਬਣਾਇਆ ਗਿਆ ਵਾ ਪਿਓਰੀਫਾਈ ਕਰਨ ਲਈ ਉਹ 'ਚ ਬਦਬੂ ਨਹੀਂ ਆਉਂਦੀ। ਬਰਸਾਤ ਦਾ ਪਾਣੀ ਜਿਹੜਾ ਵਾ ਉਹ ਇਕੱਠਾ ਕਰ ਲੈਂਦੇ ਆ ਤੇ ਉਹਨੂੰ ਮੁੜ ਵਰਤੋਂ 'ਚ ਲੈਂਦੇ ਆ। ਖੇਤਾਂ ਦੇ ਵਿੱਚ ਉਹ ਪਾਣੀ ਇਸਤੇਮਾਲ ਹੁੰਦਾ ਹੈ। ਸਰਕਾਰ ਜਿੰਨਾ ਖਰਚਾ ਕਰਦੀ ਹੈ ਜੀ, ਉਹ ਤੋਂ ਖਰਚਾ 1 ਰੁਪਏ ਦੀ ਥਾਂ ਤੇ
20 ਪੈਸੇ ਹੈ ਤੇ ਜਿਹੜਾ ਉਹਦੀ ਸਾਈਜ਼ ਹੈ ਜੀ ਔਰ ਉਹਦੀ ਵਰਕਿੰਗ ਹੈ ਉਹ 10 ਗੁਣਾ। ਤਾਂ ਬੜੇ ਵਧੀਆ ਮਾਡਲ ਕਹਿਣ ਦਾ ਮਤਲਬ ਉਪਲਬਧ ਨੇ ਜਿਨ੍ਹਾਂ ਦਾ ਵਿਸਤਾਰ ਕੀਤਾ ਜਾ ਸਕਦਾ ਹੈ ਤੇ ਜਿਨ੍ਹਾਂ ਨੂੰ ਵਰਤੋਂ ਦੇ ਵਿੱਚ ਲਿਆਂਦਾ ਜਾ ਸਕਦਾ ਹੈ। ਡਾਕਟਰ ਕ੍ਰਿਸ਼ਨ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਇਸ ਵੇਲੇ ਕਾਨੂੰਨੀ ਤੌਰ ਤੇ ਜਿਹੜੇ ਸਵੱਛਤਾ ਮੁਹਿੰਮ ਦੇ ਬਰਾਬਰ ਕਿਸ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਤਾਂ ਜੋ ਇਹਦੀ ਐਨਫੋਰਸਮੈਂਟ ਪੱਖ ਹੈ ਉਹਨੂੰ ਵੇਖਿਆ ਜਾ ਸਕੇ? ਕਿਹੜੀਆਂ ਚੀਜ਼ਾਂ ਤੇ ਬੈਨ ਘੋਸ਼ਿਤ ਕੀਤਾ ਜਾ ਰਿਹਾ ਤੇ ਕਿਹੜੀਆਂ ਚੀਜ਼ਾਂ ਦੀ ਵਰਤੋਂ ਘਟਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ? ਸਭ ਤੋਂ ਪਹਿਲਾਂ ਤਾਂ ਜਿਹੜਾ ਪਲਾਸਟਿਕ ਦੀ ਗੱਲ ਕਰੀਏ ਅਸੀਂ, ਜੀ ਪਲਾਸਟਿਕ ਸਿੰਗਲ ਯੂਜ਼ ਪਲਾਸਟਿਕ ਟੋਟਲੀ ਬੈਨ ਹੋ ਚੁੱਕਾ ਹੈ 1 ਜੁਲਾਈ 2022 ਤੋਂ। ਜੀ। ਔਰ ਮੈਂ ਕਲੀਅਰ ਕਰਨਾ ਚਾਹਾਂਗੀ ਪੰਜਾਬ ਦੇ ਵਿੱਚ ਪਲਾਸਟਿਕ ਕੈਰੀ ਬੈਗ ਆਫ ਐਨੀ ਮਾਈਕਰੋਨ ਇਜ਼ ਨਾਟ ਅਲਾਉਡ। ਪਹਿਲਾਂ 75 ਮਾਈਕਰੋਨ ਦੀ ਗੱਲ ਆਈ ਪੰਜਾਬ ਦੇ ਵਿੱਚ ਸਰ ਦੇਖੋ, ਪੰਜਾਬ ਦੇ ਵਿੱਚ ਸਰਕਾਰ ਨੇ 2016 ਤੋਂ ਹੀ ਜੀ ਜਿਹੜਾ ਪਲਾਸਟਿਕ ਕੈਰੀ ਬੈਗ ਕਿਸੇ ਵੀ ਮਾਈਕਰੋਨ ਦਾ ਜਿਹੜਾ ਉਹ ਅਲਾਉ ਨਹੀਂ ਕੀਤਾ ਹੋਇਆ। ਕੁਝ ਸਟੇਟਸ ਵਿੱਚ ਹੈ 75 ਮਾਈਕਰੋਨ ਦਾ, 50 ਮਾਈਕਰੋਨ ਦਾ, ਲੇਕਿਨ ਪੰਜਾਬ ਦੇ ਵਿੱਚ ਨਹੀਂ ਹੈਗਾ। ਸੋ ਬੜੀ ਅੱਛੀ ਗੱਲ ਹੈ, ਲੇਕਿਨ ਕਿਤੇ ਨਾ ਕਿਤੇ ਸਾਨੂੰ ਇੰਪਲੀਮੈਂਟ ਕਰਾਉਣਾ ਪੈਣਾ ਜਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੋ ਦੂਸਰਾ, ਉਸ ਤੋਂ ਬਾਅਦ ਸੈਗਰੀਗੇਸ਼ਨ ਦੀ ਗੱਲ ਆਪਾਂ ਕਰੀਏ, ਸੈਗਰੀਗੇਸ਼ਨ ਕਰਨਾ ਬੜਾ ਹੀ ਜ਼ਰੂਰੀ ਹੈ। ਜਦੋਂ ਤੱਕ ਸੈਗਰੀਗੇਸ਼ਨ ਨਹੀਂ ਕਰਾਂਗੇ ਉਸ ਟਾਈਮ ਤੱਕ ਅਸੀਂ ਜੋ ਸਾਡਾ ਵਿਜ਼ਨ ਹੈ ਗਵਰਨਮੈਂਟ ਆਫ ਇੰਡੀਆ ਦਾ CNG ਤੱਕ ਬਣਾਉਣਾ ਹੈ ਵੈਟ ਵੇਸਟ ਤੋਂ ਲਾਰਜ ਸਕੇਲ ਤੇ, ਜਿਸ ਤਰ੍ਹਾਂ ਇੰਦੌਰ ਮਾਡਲ ਦੀ ਗੱਲ ਕੀਤੀ ਹੈ, ਉਹਦੇ ਵਾਸਤੇ ਸੈਗਰੀਗੇਸ਼ਨ ਐਟ ਸੋਰਸ ਕਰਨਾ ਬੜਾ ਜ਼ਰੂਰੀ ਹੈ। ਜੇ ਖਾਦ ਬਣਾਵਾਂਗੇ ਤਾਂ ਪਿੱਛੇ ਮੈਂ ਕਾਨਫਰੰਸ ਅਟੈਂਡ ਕਰਕੇ 68% ਤੱਕ ਜਿਹੜੇ ਉਹਦੇ ਵਿੱਚ ਬੈਡ ਐਲੀਮੈਂਟਸ ਹੈ ਉਹਨਾਂ ਦਾ ਕੰਟੈਂਟ ਘਟ ਗਿਆ ਹੈ। ਸੋ ਉਹ ਜਿਹੜੀ ਖਾਦ ਹੈ ਉਹ ਸਾਡੇ ਆਰਗੈਨਿਕ ਜਿਹਦਾ ਖੇਤੀ ਕਰਦੇ ਉਹ ਲਈ ਬੜਾ ਵਧੀਆ ਕੰਮ ਕੀਤਾ ਜਾਏ। ਸੈਗਰੀਗੇਸ਼ਨ ਹੋ ਗਿਆ, ਪਲਾਸਟਿਕ ਵੇਸਟ ਮੈਨੇਜਮੈਂਟ ਹੋ ਗਿਆ, CND ਵੇਸਟ ਦਾ ਬੜਾ ਵੱਡਾ ਰੋਲ ਹੈ। ਜਿੱਥੇ ਲੋਕ ਦਿਲ ਕਰਦਾ ਹੈ ਮਲਬਾ ਸੁੱਟ ਦਿੰਦੇ ਹਨ। ਇਹ ਵੀ ਇੱਕ ਜਿਹੜਾ ਹੈ ਸਾਡੇ ਲਈ ਬੜਾ ਘਾਤਕ ਹੈ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਇਹਨਾਂ 에ਅਰ ਪੋਲੂਸ਼ਨ ਜਿਹੜਾ ਹੈ ਨਾ ਜੀ, ਨੈਸ਼ਨਲ ਕਲੀਨ 에ਅਰ ਪ੍ਰੋਜੈਕਟ ਗਵਰਨਮੈਂਟ ਆਫ ਇੰਡੀਆ ਦਾ ਹੈ, ਉਹਦੇ ਵਾਸਤੇ ਵੀ ਕਿਤੇ ਨਾ ਕਿਤੇ ਅਸੀਂ ਫੇਲ ਹੋ ਜਾਂਦੇ ਹਾਂ ਸ਼ਹਿਰ ਦੇ ਵਿੱਚ। ਸਾਡੀ 에ਅਰ ਕੁਆਲਿਟੀ ਇਹ ਮਲਬੇ ਦਾ ਜਾਂ ਉਸਾਰੀ ਵਾਲੇ ਜਿਹੜੇ ਕੰਮ ਹੈ ਇੱਥੋਂ ਡਸਟ ਪਾਰਟੀਕਲਸ ਦੀ ਖਾਸ ਤੌਰ ਤੇ ਜਿਹੜੀ ਗੱਲ ਹੈ। ਸੋ ਇਹ ਵੀ ਬੜਾ ਜ਼ਰੂਰੀ ਹੈ, ਕਿਉਂਕਿ ਸਾਡਾ ਜਿਹੜਾ ਨੌਨ ਅਟੇਨਮੈਂਟ ਸਿਟੀਜ਼ ਹੈਗੇ ਉਹਦੇ ਵਿੱਚ ਜਲੰਧਰ ਸਿਟੀ ਵੀ ਹੈ ਜੀ, ਜਿੱਥੇ ਕਿ ਗਵਰਨਮੈਂਟ ਆਫ ਇੰਡੀਆ ਜਿਹੜਾ ਇਹਦੇ ਉੱਤੇ ਇਸ ਨੂੰ ਮੋਨੀਟਰ ਕਰਦੀ ਪਈ। 에ਅਰ ਕੁਆਲਿਟੀ ਹੈ, ਸੈਗਰੀਗੇਸ਼ਨ, ਇਹ ਸਾਰੀਆਂ ਚੀਜ਼ਾਂ ਸਾਨੂੰ ਨਾਲ ਕਰਨੀਆਂ ਪੈਣੀਆਂ, ਤਾਂ ਹੀ ਅਸੀਂ ਕਿਤੇ ਨਾ ਕਿਤੇ ਜਿਹੜਾ ਪਹੁੰਚ ਸਕਦੇ ਹਾਂ। ਇੱਕ ਪੰਜਾਬ ਇਸ ਸਵੱਛ ਸਰਵੇਖਣ ਦੇ ਪਹਿਲੇ 10 ਥਾਵਾਂ ਦੇ ਵਿੱਚ ਸਟੈਂਡ ਨਹੀਂ ਕੀਤਾ ਜੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ, ਜਦੋਂ ਕਿ ਬੀਤੇ ਵਰ੍ਹਿਆਂ ਦੇ ਵਿੱਚ ਸਾਡੀ ਕੋਈ ਨਾ ਕੋਈ ਪੋਜੀਸ਼ਨ ਆਉਂਦੀ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਸਾਡੇ ਛੋਟੇ ਕਸਬੇ ਤਾਂ ਜਗ੍ਹਾ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਮੌਜੂਦ ਰਹੇ ਨੇ, ਵੱਡੇ ਸ਼ਹਿਰਾਂ ਦੇ ਮਾਮਲੇ 'ਚ ਅਸੀਂ ਕਿੱਥੇ ਪਛੜ ਗਏ? ਉਹੀ ਗੱਲ ਤੇ ਆ ਰਹੇ ਹਾਂ। ਜਿਹੜੇ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਬਾਕੀ ਸਟੇਟਸ ਦੇ ਨਾਲ, ਜਾਂ ਜਿੱਦਾਂ ਝਾਰਖੰਡ ਦੀ ਗੱਲ ਕਰ ਲਈਏ, ਜਾਂ ਮੈਂ ਦੇਖ ਕੇ ਆਇਆ ਜਾ ਕੇ, ਉੱਥੇ ਕੀ ਹੈ ਕਿ ਸਿਟੀ ਸਾਡਾ ਜਿੱਦਾਂ 110 ਜਾਂ 120 150 ਸਕੁਅਰ ਕਿਲੋਮੀਟਰ 'ਚ ਫੈਲਿਆ ਹੋਇਆ ਹੈ, ਤਾਂ ਸਾਡੀ ਕਾਲੋਨੀਜ਼ ਜਿਹੜੀਆਂ ਬੜੀਆਂ ਨਾਲ ਹੈ, ਉਹਨਾਂ ਕੋਲ ਕਿਤੇ ਨਾ ਕਿਤੇ ਜਗ੍ਹਾ ਜਿਹੜੀ ਹੈ ਸਿਟੀ ਦੇ ਨਾਲ ਖੁੱਲੀ ਪਈ ਹੈ ਜਿੱਥੇ ਕਿ ਉਹ ਪ੍ਰੋਸੈਸ ਕਰ ਸਕਦੇ ਹੈ। ਹੁਣ ਜੇ ਆਪਾਂ ਜਲੰਧਰ ਸਿਟੀ ਦੀ ਗੱਲ ਕਰ ਲਈ, ਐਗਜ਼ਾਮਪਲ ਲੁਧਿਆਣਾ ਅੰਮ੍ਰਿਤਸਰ ਦੀ ਕਰ ਲਈ, ਉੱਥੇ ਇਹ ਜਿਹੜੀਆਂ ਚੀਜ਼ਾਂ ਪ੍ਰੋਸੈਸ ਕਰਨ ਵਾਸਤੇ ਸਾਨੂੰ ਦਿੱਕਤਾਂ ਆ ਰਹੀਆਂ। ਇਸ ਕਰਕੇ ਉਹ ਸਿਟੀਜ਼ ਜਿਹੜੇ ਐਂਡ ਪੁਆਇੰਟ ਤੇ ਪਹੁੰਚ ਚੁੱਕੇ ਆ ਪ੍ਰੋਸੈਸਿੰਗ ਵਾਲੇ ਪਾਸੇ, ਅਸੀਂ ਪ੍ਰੋਸੈਸਿੰਗ ਵਾਲੇ ਪਾਸੇ ਨਹੀਂ ਪਹੁੰਚ ਪਾ ਰਹੇ। ਇਸ ਕਰਕੇ ਹੁਣ ਉਹ ਸਾਡੇ ਤੋਂ ਅੱਗੇ ਰੈਂਕਿੰਗ ਨਿਕਲ ਗਏ ਔਰ ਜਿਹੜਾ ਅਸੀਂ ਉੱਥੇ ਖੜੇ ਹਾਂ ਪਿੱਛੇ ਆ ਰਹੇ, ਇਹ ਕਾਰਨ ਹੈ। ਪ੍ਰੋਗਰਾਮ ਦੇ ਆਖਰ ਦੇ ਵਿੱਚ ਮੈਡਮ ਮੀਨਲ ਵਰਮਾ ਜੀ, ਤੁਹਾਡੇ ਤੋਂ ਇਹੀ ਮੇਰਾ ਸਵਾਲ ਸੀ ਜਿੱਥੇ ਸਰ ਨੇ ਆਪਣੀ ਗੱਲ ਪੂਰੀ ਕੀਤੀ ਹੈ ਕਿ ਰੀਸਾਈਕਲਿੰਗ ਜਾਂ ਮੁੜ ਵਰਤੋਂ ਯੋਗ ਚੀਜ਼ਾਂ ਨੂੰ ਬਣਾਉਣਾ, ਇਹਦੇ 'ਚ ਅਸੀਂ ਕਿੱਥੇ ਜੇ ਖੜੇ ਹਾਂ ਤੇ ਤੁਸੀਂ ਆਪਦੇ ਕੰਮ ਦੇ ਮਾਧਿਅਮ ਦੇ ਰਾਹੀਂ ਇਹਦੇ 'ਚ ਕੀ ਭਵਿੱਖ ਦੇਖਦੇ ਹੋ? ਪਹਿਲਾਂ ਤਾਂ ਜਿਹੜਾ ਮੇਰੇ ਮਾਈਂਡ 'ਚ ਗੱਲ ਲਿਖੀ ਹੈਗੀ ਉਹ ਮੈਂ ਸਾਰਿਆਂ ਨਾਲ ਸਾਂਝਾ ਕਰਨਾ ਚਾਹਾਂਗੀ। ਇੱਕ ਤਾਂ ਕੌਨਸ਼ੀਅਸ ਕੰਜ਼ਿਊਮਰ, ਸੋਚ ਕੇ ਚੀਜ਼ ਖਰੀਦਣੀ। ਤੁਸੀਂ ਹੁਣ ਟਾਈਮ ਆ ਗਿਆ ਹੈ, ਤੁਸੀਂ ਸੋਚ ਕੇ ਚੀਜ਼ਾਂ ਨੂੰ ਖਰੀਦੋ, ਕਿਉਂਕਿ ਹਰ ਚੀਜ਼ ਨੂੰ ਰਿਸੋਰਸ ਲੱਗਦੇ ਨੇ। ਤੁਹਾਡੇ ਕੱਪੜਿਆਂ ਨੂੰ ਰਿਸੋਰਸ ਲੱਗਦੇ ਨੇ। ਅਸੀਂ ਜੇ ਇੱਕ ਬੋਟਲ ਦੀ ਗੱਲ ਕਰੀਏ, ਪਲਾਸਟਿਕ ਦੀ ਬੋਟਲ, ਹੁਣ ਸਾਡੇ ਕੱਪੜਿਆਂ 'ਚ ਪਲਾਸਟਿਕ ਦੀ ਬੋਟਲ ਜਿਹੜੀ ਹੈ ਉਹ ਕਾਟਨ ਦੇ ਨਾਲ ਵੀਵ ਹੋ ਕੇ ਹੁਣ ਕੱਪੜੇ ਬਣਦੇ ਪਏ ਉਹਨਾਂ ਦੇ, ਤਾਂ ਹੀ ਕਰਕੇ ਇੰਨੇ ਸਸਤੇ ਨੇ। ਹਾਂਜੀ। ਸੋ ਦ ਪੁਆਇੰਟ ਇਜ਼ ਕਿ ਅਗਰ ਜੇ ਅਸੀਂ ਵੇਸਟ ਘੱਟ ਜਨਰੇਟ ਕਰਾਂਗੇ, ਸਾਨੂੰ ਮੈਨੇਜ ਵੀ ਘੱਟ ਕਰਨਾ ਪੈਣਾ ਜੀ। ਜੇ ਅਸੀਂ ਆਪਣੀ ਬੋਟਲ ਨਾਲ ਲੈ ਕੇ ਚੱਲਾਂ, ਆਪਣੇ ਬੈਗ ਨਾਲ ਲੈ ਕੇ ਚੱਲੀਏ, ਹੁਣ ਮੈਂ ਆਪਣੀ ਪਲੇਟਾਂ ਤੇ ਕਟਲਰੀ ਵੀ ਨਾਲ ਲੈ ਕੇ ਚੱਲਣੀ ਆ। ਜੇ ਮੈਂ ਘੁੰਮਣ ਜਾ ਰਹੀ ਹਾਂ, ਫੋਰ ਐਗਜ਼ਾਮਪਲ ਮੈਂ ਜੇ ਸ਼ਿਮਲੇ ਗਈ ਹਾਂ ਘੁੰਮਣ, ਤੇ ਮੈਂ ਜਿੰਨਾ ਕੁ ਜਨਰੇਟ ਕੀਤਾ ਉੱਥੇ ਵੇਸਟ ਮੈਂ ਨਾਲ ਲੈ ਕੇ ਆਉਂਦੀ ਹਾਂ, ਛੱਡ ਕੇ ਕੋਈ ਨਹੀਂ ਆਉਂਦੀ ਜੀ। ਜੇ ਦੇਸ਼, ਹੁਣ ਮੇਰੀ ਵੀ ਜ਼ਿੰਮੇਵਾਰੀ ਹੈ। ਬਹੁਤ ਹੀ ਨੇਕ ਸੋਚ ਹੈ ਤੁਹਾਡੀ। ਮੈਂ ਕਹਾਂ ਕਿ ਬਾਰਡਰ ਤੇ ਜਿਹੜੇ ਸਾਡੇ ਵੀਰ ਜਵਾਨ ਖੜੇ ਨੇ ਉਹਨਾਂ ਦੀ ਜ਼ਿੰਮੇਵਾਰੀ ਦੇਸ਼ ਨਹੀਂ, ਜੇ ਅੰਦਰ ਬੈਠੇ ਮੇਰੀ ਵੀ ਜ਼ਿੰਮੇਵਾਰੀ ਹੈ। ਮੈਂ ਇੰਨਾ ਤਾਂ ਕਰ ਹੀ ਸਕਦੀ ਹਾਂ ਕਿ ਮੈਂ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰੱਖਾਂ, ਇਸ ਤੋਂ ਜ਼ਿਆਦਾ ਜੇ ਨਹੀਂ ਕਰ ਸਕਦੀ। ਸੋ ਦ ਥਿੰਗ ਇਜ਼ ਅਸੀਂ ਘੱਟ ਵੇਸਟ ਜਨਰੇਟ ਕਰੀਏ, ਜਿੰਨਾ ਕੁ ਹੋ ਸਕੇ ਪਲਾਸਟਿਕ ਨਾ ਲਿਆਈਏ ਘਰੇ, ਫਿਰ ਸਾਨੂੰ ਮੈਨੇਜ ਕਰਨ ਦੀ ਵੀ ਲੋੜ ਨਹੀਂ ਪਏਗੀ। ਜੇ ਆਟਾ ਤੁਸੀਂ ਲੈਣ ਚੱਲੇ ਹੋ, ਆਪਣਾ ਕਨਿਸਤਰ ਲੈ ਕੇ ਜਾਓ, ਜਿਵੇਂ ਪਹਿਲਾਂ ਅਸੀਂ ਕਰਦੇ ਸੀ, ਆਪਣਾ ਕਨਿਸਤਰ ਨਾਲ ਲੈ ਕੇ ਜਾਂਦੇ ਸੀ। ਬਿਲਕੁਲ।
ਕਨਿਸਟਰ 'ਚ ਪਵਾਇਆ, ਯੂਜ਼ ਕੀਤਾ, ਵਾਸ਼ ਕੀਤਾ, ਫਿਰ ਗਏ, ਫਿਰ ਪਵਾ ਲਿਆ। ਜੇ ਪਲਾਸਟਿਕ ਕ੍ਰੀਏਟ ਹੀ ਨਹੀਂ ਕਰਾਂਗੇ ਤਾਂ ਮੈਨੇਜ ਕੀ ਕਰਾਂਗੇ? ਜਿਹੜੀ ਜ਼ਿੰਦਗੀ ਦੀ ਤੇਜ਼ ਰਫ਼ਤਾਰੀ ਹੈ ਉਹ ਕਿਤੇ ਨਾ ਕਿਤੇ ਸਾਡੀ ਇਸ ਆਦਤ ਨੂੰ ਪਿੱਛੇ ਰੱਖ ਰਹੀ ਹੈ ਕਿ ਅਸੀਂ ਚੀਜ਼ਾਂ ਦੀ ਮੁੜ ਵਰਤੋਂ ਕਰੀਏ ਤੇ ਜੋ ਸਾਧਨ ਉਪਲਬਧ ਨੇ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਵਰਤ ਸਕਦੀ ਹੈ। ਸਸਟੇਨੇਬਿਲਟੀ ਅਸੀਂ ਹੁਣ ਗੱਲ ਕਰ ਰਹੇ ਹਾਂ, ਟੌਪਿਕ ਹੈ ਹੁਣ ਵਰਲਡ ਵਾਈਡ ਸਸਟੇਨੇਬਿਲਟੀ ਇੱਕ ਵਰਡ ਅਸੀਂ ਯੂਜ਼ ਕਰ ਰਹੇ ਹਾਂ, SDG ਗੋਲਸ। ਹਾਂਜੀ। ਤੇ ਜੇ ਉਹਦੀ ਗੱਲ ਕਰੀਏ, ਮੇਰੇ ਲਈ ਰੀਯੂਜ਼ ਕਰਨਾ ਜਿਹੜਾ ਹੈ ਉਹ ਸਸਟੇਨੇਬਲ ਹੈ। ਜੇ ਮੈਂ ਕੱਪੜੇ ਰੀਯੂਜ਼ ਕਰ ਰਹੀ ਹਾਂ, ਮੇਰੇ ਕੋਲ 25 ਸਾਲ ਪੁਰਾਣੇ ਕੱਪੜੇ ਵੀ ਪਏ ਨੇ, ਮੈਂ ਉਹ ਵੀ ਰੀਯੂਜ਼ ਕਰ ਰਹੀ ਹਾਂ। ਮੈਨੂੰ ਪਤਾ ਹੈ ਉਹਦੇ 'ਚ ਰਿਸੋਰਸਿਸ ਲੱਗੇ ਨੇ, ਉਹ ਪਿਓਰ ਕਾਟਨ ਹੈ, ਮੈਨੂੰ ਹਾਰਮ ਨਹੀਂ ਕਰੇਗਾ ਜੀ, ਪਲਾਸਟਿਕ ਨਹੀਂ ਹੈਗਾ ਉਹਦੇ 'ਚ। ਸੋ ਉਹ ਥੋਟ ਪ੍ਰੋਸੈਸ ਹੁਣ ਚੇਂਜ ਕਰਨਾ ਪੈਣਾ ਸਾਨੂੰ ਨਾ, ਥੋੜਾ ਸੈਂਸਿਬਲ ਕੰਜ਼ਿਊਮਰ, ਕੌਨਸ਼ੀਅਸ ਕੰਜ਼ਿਊਮਰ। ਖਰੀਦ ਕਰਨ ਸਮੇਂ ਹੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਇਸ ਤੋਂ 100 ਵਾਰੀ 1000 ਵਾਰੀ ਸੋਚੋ ਜਿਹੜਾ ਕੂੜਾ ਮੈਨੂੰ ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈ। ਗਾਂਧੀ ਜੀ ਨੇ ਬੜੀ ਚੰਗੀ ਗੱਲ ਕਹੀ ਸੀ, ਦਿਸ ਪਲੈਨਟ ਹੈਜ਼ ਇਨਫ ਫॉर एवरी पर्सन's नीड बट नॉट एवरी पर्सन's greed। ਬਿਲਕੁਲ ਜੀ। ਇਹ ਜਿਹੜੀ ਉਪਭੋਗਤਾਵਾਦ ਹੈ ਜਾਂ ਟੀਵੀ ਦੀਆਂ ਮਸ਼ਹੂਰੀਆਂ ਦੇ ਪਿੱਛੇ ਲੱਗ ਕੇ, ਹੋ ਸਕਦਾ ਤੁਹਾਡੇ ਕੋਲੇ ਪੈਸਾ ਹੋਵੇ, ਤੁਸੀਂ ਸਮਾਨ ਖਰੀਦਣ ਦੀ ਹੈਸੀਅਤ ਰੱਖਦੇ ਹੋਵੋ, ਪਰ ਜਿਹੜਾ ਉਸੇ ਦੇ ਨਾਲ ਨਾਲ ਤੁਸੀਂ ਕੂੜੇ ਦੇ ਨਿਪਟਾਰੇ ਦੀ ਬੌਧਿਕਤਾ ਵੀ ਜੇਕਰ ਰੱਖੋ ਤਾਂ ਉਹ ਕਿਤੇ ਜ਼ਿਆਦਾ ਵਧੀਆ ਗੱਲ ਹੈ। ਆਖਰੀ ਸਵਾਲ ਪ੍ਰੋਗਰਾਮ ਆਪਣੇ ਅੰਤਲੇ ਜਿਹੜੇ ਪੜਾਅ ਦੇ ਵਿੱਚ ਹੈ, ਅਰਜੁਨ ਸ਼ਰਮਾ ਜੀ, ਤੁਹਾਨੂੰ ਮੇਰਾ ਇਹ ਸਵਾਲ ਹੈ ਕਿ ਲੋਕਾਂ ਨੂੰ ਜਾਗਰਿਤ ਕਰਨ ਦੇ ਵਿੱਚ ਮੀਡੀਆ ਸੰਸਥਾਨਾਂ ਦਾ ਕਿੰਨਾ ਕੁ ਅਹਿਮ ਰੋਲ ਹੈ? ਚੰਦ ਲਫ਼ਜ਼ਾਂ ਦੇ ਵਿੱਚ ਗੱਲ ਨੂੰ ਮੈਂ ਤੁਹਾਡੇ ਤੋਂ ਇਸ ਦਾ ਜਵਾਬ ਚਾਹਾਂਗਾ। ਮੈਂ ਸਮਝਦਾ ਸਰਕਾਰੀ ਮਾਧਿਅਮ ਜ਼ਿਆਦਾ ਅੱਛਾ ਰੋਲ ਪਲੇ ਕਰ ਰਿਹਾ ਹੈ ਜੀ। ਪ੍ਰਾਈਵੇਟ ਮੀਡੀਆ ਸੰਸਥਾਨ ਜਿਹੜੇ ਹੈ ਜੀ, ਉਹ ਇਸ ਕੋਈ ਰੋਲ ਨਹੀਂ ਬਹੁਤ ਲੰਬਾ ਚੌੜਾ ਪਲੇ ਕਰ ਰਿਹਾ। ਇਸ ਗੱਲ ਦੇ ਨਾਲ ਹੀ ਸਾਡਾ ਪ੍ਰੋਗਰਾਮ ਹੈ ਜਿਹੜਾ ਉਸ ਦਾ ਸਮਾਂ ਹੁਣ ਸਮਾਪਤੀ ਵੱਲ ਹੈ। ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸਾਡੇ ਤਿੰਨੋਂ ਮਹਿਮਾਨਾਂ ਸ਼੍ਰੀ ਅਰਜੁਨ ਸ਼ਰਮਾ ਜੀ ਦਾ ਧੰਨਵਾਦ ਕਰਦੇ ਹਾਂ, ਮੈਡਮ ਮੀਨਲ ਵਰਮਾ ਜੀ ਦਾ ਧੰਨਵਾਦ ਕਰਦੇ ਹਾਂ ਤੇ ਡਾਕਟਰ ਸ਼੍ਰੀ ਕ੍ਰਿਸ਼ਨ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹ ਇਸ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਏ ਤੇ ਕਿਤੇ ਨਾ ਕਿਤੇ ਇਹ ਗੱਲ ਰੱਖੀ ਕਿ ਕੂੜੇ ਦਾ ਨਿਪਟਾਰਾ ਕਰਨ ਨਾਲੋਂ ਜ਼ਿਆਦਾ ਵਧੀਆ ਗੱਲ ਇਹ ਹੈ ਕਿ ਉਹਦੀ ਘੱਟ ਪੈਦਾਵਾਰ ਹੋਵੇ, ਉਹ ਕਿਤੇ ਨਾ ਕਿਤੇ ਜ਼ਿਆਦਾ ਵਧੀਆ ਗੱਲ ਹੈ। ਤੁਹਾਡਾ ਸਾਰਿਆਂ ਦਾ ਆਕਾਸ਼ਵਾਣੀ ਦੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸ਼ੁਕਰੀਆ। ਧੰਨਵਾਦ ਜੀ।